ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲੇ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਇੱਕ ਨਵੇਂ ਆਈਡੀਆ, ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ। ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਇਸ ਮੌਜੂਦਾ ਮੌਸਮ ਦੇ ਨਾਲ ਬਹੁਤ ਨੇੜੇ ਤੋਂ ਸੰਬੰਧ ਰੱਖਦੀ ਹੈ। ਮੌਜੂਦਾ ਮੌਸਮ ਸਰਦੀਆਂ ਦਾ ਮੌਸਮ, ਅਤੇ ਸਰਦੀਆਂ ਦੇ ਮੌਸਮ ਦੇ ਵਿੱਚ ਇਨਸਾਨ ਨੂੰ ਛਿੱਕਾਂ ਜ਼ੁਕਾਮ ਲੱਗਣਾ ਆਮ ਗੱਲ ਹੈ। ਲੇਕਿਨ ਛਿੱਕਾਂ ਜ਼ੁਕਾਮ ਜਿਹੜੀ ਆ ਉਹ ਮਤਲਬ ਮੈਨੂੰ ਲੱਗਦਾ ਕਿ ਤੁਸੀਂ ਸੁਣ ਕੇ ਕਹੋਗੇ ਯਾਰ ਇਹਦੇ 'ਤੇ ਕੀ ਲੋੜ ਸੀ ਵਿਚਾਰ ਚਰਚਾ ਕਰਨ ਦੀ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਛਿੱਕਾਂ ਜ਼ੁਕਾਮ ਅੱਜ ਕੱਲ੍ਹ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇੰਨੀ ਵੱਡੀ ਸਮੱਸਿਆ ਕਿ ਉਸ ਨੂੰ ਛਿੱਕਾਂ ਜ਼ੁਕਾਮ ਨੂੰ ਦਬਾਉਂਦੇ ਹਾਲਾਤ ਇੱਥੋਂ ਤੱਕ ਬਣ ਗਏ ਨੇ ਕਿ ਲੋਕ ਦਮੇ ਦਾ ਸ਼ਿਕਾਰ ਹੋ ਗਏ ਨੇ। ਦਮਾ ਵੀ ਅਜਿਹਾ ਕਿ ਜਿਹੜਾ ਕਿਹਾ ਜਾਂਦਾ ਹੈ ਕਿ ਦਮ ਨਾਲ ਹੀ ਜਾਂਦਾ। ਅਤੇ ਇਸ ਸੰਬੰਧ ਵਿੱਚ ਸਾਡੇ ਨਾਲ ਵਿਚਾਰ ਚਰਚਾ ਲਈ ਮੌਜੂਦ ਰਹਿਣਗੇ ਡਾਕਟਰ ਨਵਦੀਪ ਸਿੰਘ ਠਾਕੁਰ। ਆਓ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਦਮਾ ਯਾਨੀ ਕਿ ਅਸਥਮਾ, ਇਹ ਦਮਾ ਕਹਿੰਦੇ ਦਮ ਨਾਲ ਹੀ ਜਾਂਦਾ। ਅਤੇ ਐਲਰਜੀ ਬਾਰੇ ਕਿਹਾ ਜਾਂਦਾ ਕਿ ਐਲਰਜੀ ਅਤੇ ਰੱਬ ਦੀ ਮਰਜ਼ੀ ਦੋਨੇ ਹੀ ਜਿਹੜੀਆਂ ਨੇ, ਯਾਨੀ ਕਿ ਇਹ ਦੋਨਾਂ ਦੇ ਜਿਹੜੇ ਕੋਰਟ ਤੋਂ ਸਮਝਿਆ ਜਾ ਸਕਦਾ ਵੀ ਇਹ ਵੱਸੋਂ ਬਾਹਰ ਨੇ। ਅਤੇ ਜੇ ਵੱਸੋਂ ਬਾਹਰ ਨੇ ਅਤੇ ਫਿਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਦੱਬ ਦਿੱਤਾ ਜਾਵੇ, ਵੀ ਜਿਹੜੀ ਚੀਜ਼ ਕਾਬੂ 'ਚ ਨਹੀਂ ਆ ਸਕਦੀ, ਜਿਹੜੀ ਚੀਜ਼ ਜਿਸਨੂੰ ਤੁਸੀਂ ਕਿਉਰ ਨਹੀਂ ਕਰ ਸਕਦੇ ਉਹਨੂੰ ਦੱਬ ਲਓ। ਅਤੇ ਦੱਬਣ ਦੇ ਜਿਹੜੇ ਉਹ ਨਤੀਜੇ ਬੜੇ ਭਿਆਨਕ ਨਿਕਲਦੇ ਨੇ, ਚਾਹੇ ਉਹ ਛਿੱਕਾਂ ਜ਼ੁਕਾਮ ਤੋਂ ਸ਼ੁਰੂ ਹੁੰਦੇ ਨੇ। ਅਤੇ ਛਿੱਕਾਂ ਜ਼ੁਕਾਮ ਤੋਂ ਸ਼ੁਰੂ ਹੋ ਕੇ ਜਿਹੜਾ ਅੱਗੇ ਇਹ ਸਾਰਾ ਵਰਤਾਰਾ ਜਿਹੜਾ ਉਹ ਚੱਲਦਾ ਹੈਗਾ। ਪਰ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਰੀਰ ਛਿੱਕਾਂ ਜ਼ੁਕਾਮ ਲਾਉਂਦਾ ਹੀ ਕਿਉਂ ਹੈ। ਦੇਖੋ, ਜਿੱਦਾਂ ਤੁਸੀਂ ਦੱਸਿਆ ਕਿ ਐਲਰਜੀ ਤੋਂ ਹੀ ਇਹ ਸਭ ਸਟਾਰਟ ਹੁੰਦਾ ਹੈ। ਅਤੇ ਛਿੱਕਾਂ ਜ਼ੁਕਾਮ ਇੱਕ ਤਰ੍ਹਾਂ ਨਾਲ ਅਸੀਂ ਪੂਰਵ ਰੂਪ ਜਾਂ ਪਹਿਲਾਂ ਦੇ ਲੱਛਣ ਕਹਿ ਸਕਦੇ ਹਾਂ, ਜਿਹੜਾ ਕਿ ਅੱਗੇ ਦਮੇ 'ਚ ਪਰਿਵਰਤਿਤ ਹੋ ਜਾਂਦਾ ਹੈ। ਪਹਿਲਾਂ ਅਸੀਂ ਦੱਸੀਏ ਵੀ ਐਲਰਜੀ ਹੁੰਦੀ ਕੀ ਚੀਜ਼ ਆ। ਹੁਣ ਇਸ ਦੇ ਵਿੱਚ ਐਲਰਜੀ ਦੀ ਬਹੁਤ ਟਾਈਪਸ ਹੁੰਦੀਆਂ, ਬਟ ਇੱਥੇ ਆਪਾਂ ਜਿਹੜੀ ਛਿੱਕਾਂ ਜ਼ੁਕਾਮ ਦੀ ਜਾਂ ਐਸਥਮਾ ਦੀ ਐਲਰਜੀ ਦੀ ਗੱਲ ਕਰਾਂਗੇ, ਦੇ ਆਰ ਕਾਲਡ ਰੈਸਪੀਰੇਟਰੀ ਐਲਰਜੀ, ਜਿਹੜੀਆਂ ਕਿ ਸਾਡੀ ਸਾਹ ਪ੍ਰਣਾਲੀ ਦੇ ਉੱਤੇ ਐਕਟ ਕਰਦੀਆਂ ਨੇ। ਹੁਣ ਇਹਦੇ ਵਿੱਚ ਪਹਿਲਾਂ ਆਪਾਂ ਆਉਂਦੇ ਹਾਂ ਛਿੱਕਾਂ ਜ਼ੁਕਾਮ ਦੇ ਉੱਤੇ। ਹੁਣ ਛਿੱਕ ਕਿਉਂ ਲੱਗਦੀ ਆ? ਇਹ ਸਾਡੀ ਬਾਡੀ ਦਾ ਇੱਕ ਰਿਸਪੌਂਸ ਹੈ ਆਪਣੇ ਸਰੀਰ ਨੂੰ ਬਚਾਉਣ ਦਾ। ਜਦੋਂ ਵੀ ਕੋਈ ਅਨਵਾਂਟਡ ਚੀਜ਼ ਸਾਡੇ ਸ਼ਵਸਨ ਜਿਹੜੀ ਪ੍ਰਣਾਲੀ, ਜਿੱਥੋਂ ਕਿ ਜਦੋਂ ਆਪਣਾ ਨੱਕ ਤੋਂ ਹੀ ਸ਼ੁਰੂ ਹੁੰਦੀ ਹੈਗੀ ਆ, ਨੱਕ ਰਾਹੀਂ ਹੀ ਆਪਾਂ ਸਾਹ ਲੈਣਾ ਹੈਗਾ। ਅਤੇ ਨੱਕ ਦੇ ਵਿੱਚ ਜਦੋਂ ਐਂਟਰ ਕਰਦੀ ਹੈ ਅਤੇ ਸਾਡੇ ਅੰਦਰ ਇੱਕ ਇਮਿਊਨ ਸਿਸਟਮ ਹੈਗਾ। ਜਦੋਂ ਉਹਨੂੰ ਪਤਾ ਲੱਗਦਾ ਕਿ ਇਹ ਚੀਜ਼ ਸਾਡੇ ਲਈ ਘਾਤਕ ਹੋ ਸਕਦੀ ਆ, ਤਾਂ ਸਾਡਾ ਜਿਹੜਾ ਅੰਦਰ ਦਾ ਸਿਸਟਮ ਹੈ ਆਪਣੀ ਬਾਡੀ ਨੂੰ ਬਚਾਉਣ ਲਈ ਉਹਨੂੰ ਛਿੱਕ ਦੇ ਰੂਪ ਦੇ ਵਿੱਚ ਜਾਂ ਖੰਘ ਦੇ ਰੂਪ ਵਿੱਚ ਉਹਨੂੰ ਬਾਹਰ ਕੱਢਣ, ਐਕਸਪੈਲ ਕਰਦਾ ਉਹਨੂੰ ਬਾਹਰ ਕੱਢਣ ਲਈ, ਤਾਂ ਕਿ ਆਪਣੇ ਸਰੀਰ ਨੂੰ ਉਹਦਾ ਨੁਕਸਾਨ ਨਾ ਹੋਵੇ। ਹੁਣ ਜਿੱਦਾਂ ਇਹਦੇ ਵਿੱਚ ਕਈ ਕੇਸਿਸ 'ਚ ਦੇਖਿਆ ਗਿਆ, ਜਿਵੇਂ ਕਈਆਂ ਨੂੰ ਧੂੰਏਂ ਤੋਂ ਹੋ ਜਾਂਦੀ ਆ, ਕਈਆਂ ਨੂੰ ਪਰਫਿਊਮ ਤੋਂ ਆਉਂਦੇ ਆ, ਕੈਮੀਕਲ ਐਲਰਜੀਜ਼ ਦੇ ਵਿੱਚ ਆ ਜਾਂਦੀਆਂ ਇਹ ਸਾਰੀਆਂ ਚੀਜ਼ਾਂ, ਹੈ ਨਾ। ਅਤੇ ਠੰਡ ਦੇ ਵਿੱਚ ਕਈਆਂ ਨੂੰ ਜ਼ਿਆਦਾ ਛਿੱਕਾਂ ਲੱਗਦੀਆਂ, ਕਿਉਂਕਿ ਟੈਂਪਰੇਚਰ ਵੇਰੀਏਸ਼ਨ, ਗਰਮੀ ਤੋਂ ਸਰਦੀ, ਸਰਦੀ ਤੋਂ ਗਰਮੀ, ਉਹਦੇ ਵਿੱਚ ਟੈਂਪਰੇਚਰ ਵੇਰੀਏਸ਼ਨ ਨਾਲ ਕੀ ਹੁੰਦਾ, ਜਿਹੜਾ ਨੱਕ ਦੇ ਅੰਦਰ ਇੱਕ ਝਿੱਲੀ ਹੁੰਦੀ ਹੈ ਜਿਹਨੂੰ ਨੇਜ਼ਲ ਮਿਊਕੋਜ਼ਾ ਕਹਿੰਦਾ, ਉਹ ਸੈਂਸਿਟਿਵ ਹੋ ਜਾਂਦਾ ਹੈਗਾ, ਜਿਹਦੇ ਕਰਕੇ ਛਿੱਕਾਂ ਜ਼ੁਕਾਮ ਲੱਗਦਾ ਹੈ। ਦੂਸਰੇ ਕੇਸਿਸ ਦੇ ਵਿੱਚ ਕੀ ਆ ਕਿ ਇਹੀ ਚੀਜ਼ ਜਦ ਇੱਥੋਂ ਆਪਾਂ ਇਗਨੋਰ ਕਰਦੇ ਰਹਿੰਦੇ ਹਾਂ, ਉਹੀ ਚੀਜ਼ ਫਿਰ ਅੱਗੇ ਗਲੇ ਰਾਹੀਂ ਹੁੰਦੀ ਹੋਈ ਸਾਡੇ ਫੇਫੜਿਆਂ ਦੇ ਉੱਤੇ ਅਟੈਕ ਕਰਦੀ ਆ, ਜਿਸ ਕੇਸ ਦੇ ਵਿੱਚ ਫਿਰ ਬੰਦੇ ਨੂੰ ਸਾਹ ਲੈਣ 'ਚ ਪਰੇਸ਼ਾਨੀ ਆਉਣਾ। ਅਤੇ ਇਸੇ ਨੂੰ ਹੀ ਐਸਥਮਾ ਦਮਾ ਕਿਹਾ ਜਾਂਦਾ ਹੈਗਾ, ਜਿਹਦੇ ਵਿੱਚ ਵਿਅਕਤੀ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈਗੀ ਆ, ਉਹਨੂੰ ਉਹ ਬਹਿ ਨਹੀਂ ਸਕਦਾ, ਉਹਨੂੰ ਛਾਤੀ 'ਚ ਜਕੜਾਹਟ ਹੋਏਗੀ, ਇਹ ਚੀਜ਼ਾਂ ਹੁੰਦੀਆਂ। ਹੁਣ ਅੱਜ ਕੱਲ੍ਹ ਇਹ ਵਿੰਟਰਸ ਆ ਰਹੀਆਂ ਨੇ, ਸਰਦੀਆਂ ਇਸ ਵੇਲੇ ਪੀਕ ਵਿੰਟਰ 'ਤੇ ਚੱਲ ਰਹੀਆਂ ਨੇ। ਤਾਂ ਪੀਕ ਵਿੰਟਰ ਦੇ ਵਿੱਚ ਇਹ ਚੀਜ਼ ਕਿਉਂ ਹੁੰਦੀ? ਕਿਉਂਕਿ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੀਆਂ ਆਪਣੀਆਂ ਸਾਹ ਦੀਆਂ ਜਿਹੜੀਆਂ ਛੋਟੀ ਛੋਟੀਆਂ ਨਾਲੀਆਂ ਨੇ, ਬ੍ਰੌਂਕੀਓਲਸ ਕਹਿੰਦੇ ਹੈਗੇ ਆ, ਉਹ ਕੰਸਟ੍ਰਿਕਟ ਕਰ ਜਾਂਦੀਆਂ, ਹੁਣ ਸੁੰਗੜ ਜਾਂਦੀਆਂ ਨੇ। ਅਤੇ ਕੁਛ ਕੇਸ 'ਚ ਕੀ ਆ, ਕਈ ਬੱਚੇ ਹੈਗੇ ਜਿਨ੍ਹਾਂ ਨੂੰ ਇਮਿਊਨਿਟੀ ਬੜੀ ਘੱਟ ਹੈਗੀ ਆ, ਉਹਨਾਂ ਕੇਸ 'ਚ ਆਟੋ ਇਮਿਊਨ ਰਿਸਪੌਂਸ ਕਰਕੇ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਜਾਂਦੀ ਹੈ। ਮਾੜੇ ਧੁੱਪ 'ਚ ਬੈਠੇ, ਮਾੜਾ ਧੂੰਏਂ ਦੇ ਵਿੱਚ ਬੈਠੇ, ਕੋਈ ਵੀ ਉਹਨਾਂ ਨੂੰ ਦਿੱਕਤ ਹੋਈ, ਆਮ ਬੰਦੇ ਨੂੰ ਇੰਨੀ ਨਹੀਂ ਹੋਏਗੀ, ਕਿਸੇ ਨੂੰ ਜ਼ਿਆਦਾ ਟਰਿਗਰ ਹੋ ਜਾਂਦੀ ਹੈ। ਹੁਣ ਐਸੇ ਕੇਸ ਦੇ ਵਿੱਚ ਅਸੀਂ ਕਈ ਬੰਦੇ ਕਹਿੰਦੇ ਵੀ ਬਹੁਤ ਟੈਸਟ ਕਰਾਓ, ਹੈ ਨਾ। ਅਤੇ ਉਹਦੇ ਵਿੱਚ ਕੀ ਆਏਗਾ ਵੀ ਧੂੰਏਂ ਤੋਂ ਐਲਰਜੀ ਹੈਗੀ ਆ, ਪਰਫਿਊਮ ਤੋਂ ਹੈਗੀ ਆ। ਹੁਣ ਤੁਸੀਂ ਹਵਾ ਨੂੰ ਨਹੀਂ ਬਦਲ ਸਕਦੇ ਅੱਜ ਦੀ ਡੇਟ ਵਿੱਚ, ਹੁਣ ਜੋ ਚੱਲ ਰਿਹਾ ਹੈਗਾ ਸਾਡੇ ਵੱਸੋਂ ਬਾਹਰ ਹੈਗਾ। ਤਾਂ ਇਹਦਾ ਇਹੀ ਹੱਲ ਹੈ ਕਿ ਅਸੀਂ ਆਪਣੀ ਬਾਡੀ ਨੂੰ ਉਸ ਲੈਵਲ 'ਤੇ ਸਟਰੋਂਗ ਕਰੀਏ, ਇਮਿਊਨਿਟੀ ਆਪਣੀ ਇਸ ਲੈਵਲ 'ਤੇ ਲੈ ਕੇ ਜਾਈਏ ਕਿ ਆਪਾਂ ਨੂੰ ਇਹ ਸਮੱਸਿਆਵਾਂ ਨਾ ਹੋਣ। ਕਮਿਊਨਿਟੀ ਨੂੰ ਇਸ ਲੈਵਲ 'ਤੇ ਲੈ ਜਾਈਏ ਕਿ ਆਪਾਂ ਨੂੰ ਇਹ ਸਮੱਸਿਆਵਾਂ ਨਾ ਹੋਣ। ਪਰ ਆਪਾਂ ਗੱਲ ਸਟਾਰਟ ਕੀਤੀ ਸੀ ਵੀ ਜਿਹੜਾ ਰੈਸਪੀਰੇਟਰੀ ਵਾਇਰਸ ਜਿਹੜੇ ਨੇ ਬਾਡੀ ਦੇ ਅੰਦਰ ਜਦੋਂ ਜਾਂਦਾ ਹੈਗਾ, ਬਾਡੀ ਉਹਨੂੰ ਬੜੀ ਬੁਰੀ ਤਰ੍ਹਾਂ ਰਿਸਪੌਂਡ ਕਰਦੀ ਹੈ, ਉਹਨੂੰ ਬਾਹਰ ਕੱਢਦੀ ਹੈ। ਉਹਦਾ
ਇੱਕ ਜਿਹੜਾ ਰੂਪ ਜਿਹੜਾ ਉਹ ਛਿੱਕਾਂ ਦੇ ਰੂਪ ਦੇ ਵਿੱਚ, ਜ਼ੁਕਾਮ ਦੇ ਰੂਪ 'ਚ, ਖਾਂਸੀ ਦੇ ਰੂਪ ਦੇ ਵਿੱਚ ਆਉਂਦਾ ਹੈਗਾ। ਆਪਾਂ ਉਹਨੂੰ ਦੱਬ ਲੈਂਦੇ ਹਾਂ। ਤੁਸੀਂ ਕਿਹਾ ਵੀ ਅੰਦਰ ਜਾ ਕੇ ਫਿਰ ਉਹ ਦਮੇ ਦੇ ਰੂਪ ਦੇ ਵਿੱਚ ਕਨਵਰਟ ਹੁੰਦਾ, ਸਾਹ ਲੈਣਾ ਔਖਾ ਹੋ ਜਾਂਦਾ। ਆਪਾਂ ਉਹਨੂੰ ਦੱਬਿਆ ਮਤਲਬ ਕਿ ਸੈਟਰੀਜਿਨ, ਲੀਵੋਸੈਟਰੀਜਿਨ, ਰੋਟਾਡਿਨ, ਬੜੀ ਤਰ੍ਹਾਂ ਦੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਜੀ, ਉਹਦੇ 'ਚ ਅਗਰ ਮੌਂਟੀਲਕਾਸਟ, ਹੋਰ ਬੜਾ ਕੁਛ ਆ ਜਾਂਦਾ ਉਹਦੇ ਵਿੱਚ। ਅਤੇ ਉਹ ਗੋਲੀਆਂ ਨਾਲ ਆਪਾਂ ਉਹਨੂੰ ਜਿਹੜਾ ਲਿਕੁਇਡ ਬੋਡੀ ਬਾਹਰ ਕੱਢ ਰਹੀ ਸੀ ਉਹਨੂੰ ਆਪਾਂ ਨੇ ਸੁਕਾਤਾ, ਇਹੀ ਕਹਿ ਸਕਦੇ ਨਾ ਉਹਨੂੰ ਉਹ ਸੁੱਕ ਜਾਂਦਾ। ਉਹ ਸੁੱਕ ਕੇ ਫੇਫੜਿਆਂ ਦੇ ਵਿੱਚ ਜਿੱਥੇ ਹਵਾ ਭਰਨੀ ਸੀ ਉਨੀ ਜਗ੍ਹਾ ਦੇ ਵਿੱਚ ਉਹਨੇ ਕਵਰ ਕਰ ਲਈ, ਉਹ ਜਿਹੜਾ ਮਿਊਕਨ ਜਿਹੜਾ ਅੰਦਰ ਹੈਗਾ ਉਹਨੇ ਅੰਦਰ ਕਵਰ ਕਰ ਲਈ। ਅਤੇ ਕੀ ਉਹੀ ਸਾਹ ਦੀ ਜਗ੍ਹਾ ਨੂੰ ਘੇਰ ਕੇ ਬੈਠ ਗਿਆ ਤਾਂ ਕਿ ਉਹ ਸਾਹ ਤਾਂ ਹੀ ਨਹੀਂ ਆ ਰਿਹਾ? ਦੇਖੋ, ਇਹਦੇ ਵਿੱਚ ਬਹੁਤ ਸਾਰੇ ਡਿਸਪੋਜ਼ਿੰਗ ਫੈਕਟਰਸ ਹੁੰਦੇ ਆ। ਕੀ ਹੈ ਕਿ ਜਿਵੇਂ ਸਾਹ ਹੈਗਾ, ਅਤੇ ਸਾਹ ਇਹਨੂੰ ਆਯੁਰਵੇਦ 'ਚ ਸ਼ਵਾਸ ਅਤੇ ਖਾਸ ਤੌਰ 'ਤੇ ਤਮਕ ਸ਼ਵਾਸ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈਗਾ। ਹੁਣ ਇਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਚੀਜ਼ ਜਿਹੜੀਆਂ ਸਾਡੀਆਂ ਬ੍ਰੌਂਕਿਓਲਸ ਹੈ, ਜਿਹੜੀਆਂ ਸਾਡੇ ਫੇਫੜੇ ਆ, ਲੰਗਸ ਹੈ, ਉਹਨਾਂ ਦੇ ਵਿੱਚ ਛੋਟੇ ਛੋਟੇ ਟਰੈਕਸ ਹੁੰਦੇ ਆ, ਬ੍ਰੌਂਕਿਓਲਸ ਹੁੰਦੇ ਆ, ਫਿਰ ਅੱਗੇ ਛੋਟੇ ਛੋਟੇ ਬੈਲੂਨ ਸ਼ੇਪ ਜਿਹਨਾਂ ਨੂੰ ਐਲਵੀਲਾਈ ਕਹਿੰਦੇ ਆਪਣੇ, ਅਤੇ ਉਹ ਛੋਟੇ ਛੋਟੇ ਉਹ ਆਪਣੇ ਲੰਗਸ ਦੇ ਮਿਨਿਊਟ ਛੋਟੇ ਤੋਂ ਛੋਟੇ ਏਰੀਆ ਦੇ ਵਿੱਚ ਉੱਥੇ ਜਾ ਕੇ ਹਵਾ ਪਹੁੰਚਾਉਂਦੇ ਆ ਤਾਂ ਕਿ ਆਕਸੀਜਨ ਪਹੁੰਚੇ, ਫਿਰ ਉਹ ਸਾਰੇ ਆਪਣੇ ਬਲੱਡ ਨੂੰ ਆਕਸੀਜਨੇਟ ਕਰੇ, ਉਹਨੂੰ ਪਿਓਰੀਫਾਈ ਕਰੇ। ਹੁਣ ਐਸੇ ਕੇਸ ਵਿੱਚ ਕੀ ਹੁੰਦਾ ਹੈਗਾ ਕਿ ਉਹ ਇੰਨਾ ਕੁ ਜ਼ਿਆਦਾ ਉਹਦੇ ਵਿੱਚ ਕਫ ਇਕੱਠਾ ਹੋ ਜਾਂਦਾ, ਬਲੋਕੇਜ ਹੋ ਜਾਂਦੀ ਹੈਗੀ ਆ, ਜਿਹਦੇ ਕਰਕੇ ਉੱਥੇ ਹਵਾ ਪਹੁੰਚ ਨਹੀਂ ਪਾਉਂਦੀ, ਅਤੇ ਬੰਦੇ ਨੂੰ ਜਦ ਸਾਹ ਹੀ ਨਹੀਂ ਪ੍ਰੋਪਰ ਆਏਗਾ ਤਾਂ ਆਕਸੀਜਨ ਲੈਵਲ ਵੀ ਘਟਦੇ ਹੈਗੇ ਆ, ਜਿਹਦੇ ਕਰਕੇ ਉਹਨੂੰ ਵੀਕਨੈਸ ਵੀ ਹੋਏਗੀ, ਸਾਹ ਚੜ੍ਹੇਗਾ, ਅਤੇ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਕੰਜੈਸ਼ਨ ਹੋਏਗੀ। ਹੁਣ ਇਹਦੇ ਵਿੱਚ ਇਹਨੂੰ ਆਪਾਂ ਐਲੋਪੈਥੀ ਨੋਰਮਲ ਜੇ ਆਪਾਂ ਗੱਲ ਕਰੀਏ ਤਾਂ COPD ਵੀ ਕਹਿੰਦੇ ਆ, ਕਰੋਨਿਕ ਓਬਸਟਰਕਟਿਵ ਪਲਮਨਰੀ ਡਿਸੀਜ਼, ਅਤੇ ਇਹਦੇ ਵਿੱਚ ਕਈ ਕਾਰਨ ਹੁੰਦੇ ਆ। ਹੁਣ ਕਾਰਨ ਆਪਾਂ ਜੇ ਪਰਸਨਲੀ ਕਹੀਏ, ਹੁਣ ਸਮੋਕਰਸ ਨੂੰ ਬਹੁਤ ਜ਼ਿਆਦਾ ਹੁੰਦੀ ਹੈ। ਸਮੋਕਿੰਗ ਜਿਹੜੀ ਹੈਗੀ ਆ ਉਹਦੇ ਨਾਲ ਤੁਹਾਡੇ ਫੇਫੜਿਆਂ ਦੇ ਵਿੱਚ ਬਾਰ-ਬਾਰ ਇਹ ਚੀਜ਼ਾਂ, ਤੁਸੀਂ ਕਾਰਬਨ ਪਾਰਟੀਕਲਸ ਅੰਦਰ ਐਕਮੂਲੇਟ ਕਰਦੇ ਰਹਿੰਦੇ ਹੋ, ਜਮ੍ਹਾਂ ਕਰਦੇ ਰਹਿੰਦੇ ਹੋ, ਜਿਨ੍ਹਾਂ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ। ਕੁਛ ਕੇਸਿਸ 'ਚ ਕੀ ਹੈ ਕਿ ਜਮਾਂਦਰੂ ਕਿਸੇ ਨੂੰ ਐਲਰਜੀ ਦੀ ਦਿੱਕਤ ਹੈਗੀ, ਛਿੱਕਾਂ ਜ਼ੁਕਾਮ ਦੀ, ਉਸ ਵੇਲੇ ਬੰਦਾ ਉਹਦੀ ਸਿੰਪਟੋਮੈਟਿਕ ਜਾਂ ਲਾਕਸ਼ਣਿਕ ਚਿਕਿਤਸਾ ਕਰਦਾ ਰਿਹਾ, ਅਤੇ ਉਹੀ ਸਿਟਰਜ਼ਿਨ, ਜਦੋਂ ਤੁਸੀਂ ਦੱਸਿਆ ਸਿਟਰਜ਼ਿਨ ਖਾ ਲਈ, ਸਟੀਰੋਇਡ ਲੈ ਲਿਆ, ਥੋੜ੍ਹੀ ਦੇਰ ਲਈ ਦਬਾ ਲਈ, ਪਰ ਹੌਲੀ ਹੌਲੀ ਤੁਹਾਡੀ ਜਿਹੜੀ ਵਾਈਟਲ ਕਪੈਸਿਟੀ ਹੈ, ਜਿਹੜੀ ਸਾਹ ਲੈਣ ਦੀ ਆਮ ਬੰਦੇ ਦੀ ਖਮਤਾ ਹੁੰਦੀ ਆ, ਉਹ ਘਟ ਜਾਂਦੀ ਆ, ਅਤੇ ਇਹੀ ਲੇਟਰ ਔਨ ਤੁਹਾਡੇ ਤਮਕ ਸ਼ਵਾਸ ਜਾਂ ਐਸਥਮਾ ਦਾ ਰੂਪ ਬਣ ਜਾਂਦਾ ਹੈ। ਕੁਝ ਕੇਸਿਸ ਦੇ ਵਿੱਚ ਇਹਦੇ ਵਿੱਚ ਇੰਨਾ ਜ਼ਿਆਦਾ ਕੇਸ ਹੋ ਜਾਂਦਾ ਕਿ ਈਓਸਿਨੋਫਿਲੀਆ ਕਹਿੰਦੇ, ਉਸ ਕੇਸ 'ਚ ਕਿ ਤੁਹਾਡੇ ਜਿਹੜੇ ਹੈਗੇ ਆ ਵਾਈਟ ਬਲੱਡ ਸੈੱਲ ਉਹ ਇੰਨੇ ਵੱਧ ਜਾਂਦੇ ਹੈਗੇ ਆ ਐਲਰਜਿਕ ਰਿਐਕਸ਼ਨ ਦੇ ਵਿੱਚ ਕਿ ਬੰਦੇ ਨੂੰ ਹਸਪੀਟਲ ਭਰਤੀ ਕਰਾਉਣਾ ਪੈ ਜਾਂਦਾ ਕਿ ਉਹਨੂੰ ਸਾਹ ਦੀ ਇੰਨੀ ਦਿੱਕਤ ਆਉਂਦੀ ਆ। ਫਿਰ ਉਹਦੇ ਵਿੱਚ ਐਲੋਪੈਥੀ ਦੇ ਵਿੱਚ ਮੋਸਟਲੀ ਆਪਣੇ ਨੈਬੂਲਾਈਜ਼ਰ ਵਗੈਰਾ ਕਰਨਾ, ਨੈਬੂਲਾਈਜ਼ ਵਗੈਰਾ ਕਰਨਾ ਹੈਗਾ, ਪਰ ਉਹਦੇ ਨਾਲ ਕੀ ਆ, ਉਹ ਐਕਿਊਟ ਕੇਸਿਸ ਦੇ ਵਿੱਚ ਜਿੱਥੇ ਕਿ ਤੁਹਾਡਾ ਕਹਿ ਸਕਦੇ ਹਾਂ ਕਿ ਜਾਨਲੇਵਾ ਹੈਗਾ, ਉਸ ਵੇਲੇ ਲਈ ਤਾਂ ਠੀਕ ਹੈ, ਬਟ ਉਹਦਾ ਕੋਈ ਪਰਮਾਨੈਂਟ ਇਲਾਜ ਤਾਂ ਨਹੀਂ ਹੈਗਾ। ਸਟੀਰੋਇਡ ਨਾਲ ਤੁਹਾਡੀ ਇਮਿਊਨਿਟੀ, ਤੁਹਾਨੂੰ ਸਾਰੀ ਦੁਨੀਆ ਜਾਣਦੀ ਅੱਜ ਕੱਲ੍ਹ, ਸਟੀਰੋਇਡ ਨਾਲ ਇਮਿਊਨਿਟੀ ਤੁਹਾਡੀ ਘਟਦੀ ਹੈ। ਹਾਂ, ਐਕਿਊਟ ਫੇਜ਼ ਦੇ ਵਿੱਚ ਜਾਂ ਕਿਸੇ ਐਮਰਜੈਂਸੀ ਫੇਜ਼ ਦੇ ਵਿੱਚ ਤੁਸੀਂ ਲੈ ਲਓ, ਠੀਕ ਹੈ, ਬਟ ਜੇ ਉਹਨੂੰ ਲੰਬਾ ਸਮਾਂ ਲਓਗੇ ਤਾਂ ਉਹ ਤੁਹਾਡੇ ਰੋਗ ਨੂੰ ਜ਼ਿਆਦਾ ਖਰਾਬ ਕਰੇਗਾ। ਇੱਕ ਚੀਜ਼ ਹੋਰ ਦੱਸੀ ਤੁਸੀਂ ਮੈਨੂੰ, ਗੱਲ ਕੀਤੀ ਹੈ ਕਿ COPD ਦੀ ਗੱਲ ਕੀਤੀ। COPD ਦੇ ਵਿੱਚ ਕੁਛ ਚੀਜ਼ਾਂ ਹੋਰ ਬਹੁਤ ਖਤਰਨਾਕ ਹੁੰਦੀਆਂ ਨੇ, ਜਿਵੇਂ ਕੋਈ ਬੰਦਾ ਆਰੇ 'ਤੇ ਕੰਮ ਕਰ ਰਿਹਾ, ਬਰਾਦਾ ਉੱਡ ਰਿਹਾ ਉਹਦਾ, ਜਿਵੇਂ ਕੋਈ ਬੰਦਾ ਕਲੀ ਦਾ ਕੰਮ ਕਰ ਰਿਹਾ, ਉਹਦੇ ਤੋਂ ਝਾੜ ਰਿਹਾ, ਉਹਨੂੰ ਰੇਗ ਮਾਰ ਕੇ ਉਹ ਉੱਡ ਰਿਹਾ ਹੈ ਨਾ, ਜਿਵੇਂ ਕਿਸੇ ਆਟੇ ਵਾਲੀ ਉਹਦੇ ਚੱਕੀ 'ਤੇ ਲੱਗਿਆ ਹੋਇਆ ਉੱਥੋਂ ਉੱਡ ਰਿਹਾ। ਯਾਨੀ ਜਿਹੜੀ ਚੀਜ਼ ਉੜ ਕੇ ਸਾਡੇ ਅੰਦਰ ਜਾ ਰਹੀ ਹੈ ਉਹ ਅੱਗੇ ਚੱਲ ਕੇ ਖਤਰਨਾਕ ਰੂਪ ਧਾਰਨ ਕਰਕੇ ਬੋਡੀ ਦੇ ਅੰਦਰ ਜਾਂਦੀ ਹੈ, ਅੰਦਰ ਜਾ ਕੇ ਫੇਫੜਿਆਂ ਦੇ ਅੰਦਰ ਉਹ ਜਗ੍ਹਾ ਜਿੱਥੇ ਹਵਾ ਨੇ ਭਰਨਾ ਉਸ ਜਗ੍ਹਾ ਨੂੰ ਜਾ ਕੇ ਉਹਨੇ ਕਵਰ ਕਰ ਲੈਣਾ, ਅਤੇ ਸਾਨੂੰ ਸਾਹ ਆਉਣਾ ਔਖਾ ਹੋ ਜਾਂਦਾ। ਅਤੇ ਪਰ ਇਹਦੇ ਨਾਲ ਆਪਾਂ ਇੱਕ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹਨੂੰ ਅਗਰ ਮਾਡਰਨ ਮੈਡੀਕਲ ਸਾਇੰਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਉਹਦੇ ਕੋਲ ਕੁਛ ਚੰਦ ਦਵਾਈਆਂ ਐਸੀਆਂ ਨੇ ਜਿਹੜੀਆਂ ਕਿ ਜਿਹਦੇ ਨਾਲ ਸਿਰਫ ਆਪਾਂ ਉਸਨੂੰ ਪਾਣੀ ਨੂੰ ਆਪਾਂ ਸੁਕਾ ਹੀ ਸਕਦੇ ਹਾਂ, ਹੋਰ ਕੁਛ ਨਹੀਂ ਕਰ ਸਕਦੇ, ਉਹ ਮੈਨੇਜ ਕਰਨਾ ਹੋਗਾ ਬਿਮਾਰੀ ਨੂੰ। ਅਤੇ ਉਹੀ ਕਾਰਨ ਬਣਦਾ ਹੈ ਕਿ ਅੱਗੇ ਚੱਲ ਕੇ ਫਿਰ ਉਹ ਦਮਾ ਬਣਦਾ ਹੈਗਾ, ਕਿਉਂਕਿ ਬੋਡੀ ਨਹੀਂ ਚਾਹ ਰਹੀ ਕਿ ਉਹਨੂੰ ਅੰਦਰ ਰਹੇ, ਆਪਾਂ ਉਹਨੂੰ ਨਾ ਉਹਨੂੰ ਬਾਹਰ ਕੱਢਿਆ ਅਤੇ ਨਾ ਹੀ ਉਹਨੂੰ ਜਿਹੜਾ ਉਹ ਉਸ ਰੂਪ 'ਚ ਰਹਿਣ ਦਿੱਤਾ ਜਿਸ ਰੂਪ ਦੇ ਵਿੱਚ ਬੋਡੀ ਪਹਿਲਾਂ ਕਰ ਰਹੀ ਸੀ, ਯਾਨੀ ਚੋ ਕੇ ਬਾਹਰ ਉਹ ਕਰ ਰਿਹਾ ਸੀ, ਅਤੇ ਉਹੀ ਕਾਰਨ ਬਣਦਾ ਫਿਰ ਅੱਗੇ ਚੱਲ ਕੇ ਦਮੇ ਦਾ। ਬਿਲਕੁਲ, ਇਹ ਜਿਹੜੀ ਤੁਸੀਂ ਗੱਲ ਦੱਸੀ, ਇਹਨਾਂ ਨੂੰ ਆਕੂਪੇਸ਼ਨਲ ਹੈਜ਼ਰਡਸ ਕਹਿ ਸਕਦੇ ਹਾਂ, ਵੀ ਜਦ ਕੋਈ ਵਿਅਕਤੀ ਇੱਦਾਂ ਦੀ ਜਗ੍ਹਾ 'ਤੇ ਕੰਮ ਕਰਦਾ ਹੈਗਾ, ਖਾਸ ਤੌਰ 'ਤੇ ਇਹਦੇ ਵਿੱਚ ਜਿੱਦਾਂ ਸੀਮੈਂਟ ਫੈਕਟਰੀ 'ਚ ਕੰਮ ਕਰਨ ਵਾਲੇ ਲੋਕ ਹੈਗੇ ਆ, ਜਾਂ ਜਿਹੜਾ ਵੀ ਜਿੱਦਾਂ ਕੋਈ ਲੱਕੜੀ ਦਾ ਬੁਰਾਦਾ ਹੈਗਾ ਜਿੱਥੇ ਕਾਰਪੈਂਟਰਸ ਹੈਗੇ ਆ, ਹੁਣ ਉਹਨਾਂ ਦੇ ਵਿੱਚ ਕੀ ਆ, ਆਸ-ਪਾਸ ਤੁਹਾਡੇ ਡਸਟ ਇਨਵਾਇਰਮੈਂਟ ਜਾਂ ਕੋਈ ਕੈਮੀਕਲ ਇਨਵਾਇਰਮੈਂਟ ਇੰਨਾ ਉਹ ਸਲੋਲੀ ਤੁਹਾਡੇ ਅੰਦਰ
ਜਮ੍ਹਾਂ ਹੁੰਦਾ ਰਹਿੰਦਾ ਹੈਗਾ, ਘਰ ਕਰਦਾ ਰਹਿੰਦਾ ਹੈਗਾ। ਉਸ ਕੇਸ ਦੇ ਵਿੱਚ ਕਈ ਵਾਰ ਬਹੁਤ ਸੀਵੀਅਰ ਕੇਸਿਸ 'ਚ ਲੰਗਸ ਕੈਂਸਰ ਤੱਕ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ। ਬਟ ਇੱਦਾਂ ਦੀ ਕੇਸਿਸ ਦੇ ਵਿੱਚ ਇਹੀ ਹੋ ਸਕਦਾ ਕਿ ਤੁਸੀਂ ਉਸ ਜਗ੍ਹਾ 'ਤੇ ਆਪਣਾ ਮਾਸਕ ਵਗੈਰਾ ਪ੍ਰੋਪਰ ਜਿਹੜੇ ਵੀ ਤੁਹਾਡੇ ਇਕੁਇਪਮੈਂਟਸ ਹੁੰਦੇ ਆ ਉਹਨਾਂ ਨੂੰ ਯੂਜ਼ ਕਰੋ। ਅਤੇ ਸਿੰਪਲ ਵੇ ਇੱਕ ਮੈਂ ਤੁਹਾਨੂੰ ਸਿੰਪਲ ਨੁਸਖਾ ਦੱਸ ਦਿੰਦਾ ਇਹਦੇ ਲਈ। ਜਿਹੜੇ ਬੰਦਿਆਂ ਨੂੰ ਇੱਦਾਂ ਕੰਮ ਕਰਨਾ ਪੈਂਦਾ, ਇੱਕ ਤਾਂ ਆਪਣੀ ਜਗ੍ਹਾ 'ਤੇ ਐਂਟਰ ਕਰਨ ਤੋਂ ਪਹਿਲਾਂ ਮਾਸਕ ਲਗਾ ਕੇ ਰੱਖਿਆ ਕਰਨ। ਦੂਜਾ, ਦੇਸੀ ਗਾਂ ਦਾ ਘਿਓ ਜਿਹੜਾ ਹੁੰਦਾ ਹੈਗਾ ਉਹਨੂੰ ਨੱਕ ਦੇ ਵਿੱਚ ਲਗਾ ਕੇ ਜਾਇਆ ਕਰਨ। ਤਾਂ ਉਹਦੇ ਨਾਲ ਕੀ ਹੈ, ਜਿਹੜਾ ਵੀ ਐਲਰਜਨ ਪਾਰਟੀਕਲ ਹੈ, ਚਾਹੇ ਉਹ ਕੈਮੀਕਲ ਆ ਚਾਹੇ ਉਹ ਕੋਈ ਨੈਚੁਰਲ ਐਲਰਜਨ ਹੈਗਾ, ਉਹ ਤੁਹਾਡੀ ਨੱਕ ਦੀ ਝਿੱਲੀ ਤੋਂ ਅੱਗੇ ਨਹੀਂ ਵਧੇਗਾ। ਸ਼ੋਰ ਹੈ, ਮਤਲਬ ਦੇਸੀ ਗਾਂ ਦਾ ਘਿਓ ਜਿਹੜਾ ਨੱਕ ਦੇ ਲਗਾਉਣ ਨਾਲ ਹੀ ਇਹ ਤਾਂ ਫਿਰ ਮੰਨ ਲਓ ਇੱਕ ਬੰਦੇ ਨੂੰ ਜ਼ੁਕਾਮ ਲੱਗਾ ਹੈ, ਆਪਾਂ ਉਹਦੇ ਮਜਬੂਰੀ ਆਪਾਂ ਨੂੰ ਪਰਿਵਾਰਕ ਮੈਂਬਰ ਹੈ ਤਾਂ ਫਿਰ ਆਪਾਂ ਉਹ ਲਗਾ ਲੈਣੇ ਤਾਂ ਆਪਾਂ ਨੂੰ ਵੀ ਨਹੀਂ ਹੋਏਗਾ। ਬਿਲਕੁਲ, ਦੇਖੋ ਐਕਿਊਟ ਫੇਜ਼ 'ਚ ਜੇ ਕਿਸੇ ਨੂੰ ਪਹਿਲਾਂ ਹੀ ਜ਼ੁਕਾਮ ਹੈ, ਉਸ ਕੇਸ ਦੇ ਵਿੱਚ ਨਹੀਂ ਮੈਂ ਕਹਿ ਰਿਹਾ ਵੀ ਜਿਹਨੂੰ ਰਹਿੰਦਾ ਹੋਵੇ ਜਦੋਂ ਠੀਕ ਹੋ ਜਾਵੇ ਉਸ ਤੋਂ ਬਾਅਦ ਉਹ ਐਜ਼ ਅ ਪ੍ਰੀਵੈਂਸ਼ਨ ਲਈ ਲਗਾ ਸਕਦਾ ਹੈਗਾ। ਅਤੇ ਉਸ ਵੇਲੇ ਜੋ ਲਗਾਏਗਾ ਤਾਂ ਨੱਕ ਦੀ ਝਿੱਲੀ ਦੀ ਜਿਹੜੀ ਇੱਕ ਤਾਂ ਸੈਂਸਿਟੀਵਿਟੀ ਹੋਈ ਪਈ ਆ ਉਹ ਘਟ ਜੇਗੀ, ਅਤੇ ਦੂਜਾ ਉਹਦੀ ਬੰਦੇ ਦੀ ਇਮਿਊਨਿਟੀ ਵੀ ਵੱਧਦੀ ਹੈਗੀ ਆ, ਅਤੇ ਦੂਸਰਾ ਉਹ ਇੱਕ ਤਰ੍ਹਾਂ ਨਾਲ ਬੈਰੀਅਰ ਦਾ ਕੰਮ ਕਰਦਾ ਹੈਗਾ ਬਾਕੀ ਐਲਰਜਨਸ ਦੇ ਵਿੱਚੋਂ, ਠੀਕ ਹੈ ਨਾ। ਅਤੇ ਉਹਦੇ ਵਿੱਚੋਂ ਐਕਮੂਲੇਟ ਹੋ ਜਾਣਗੇ। ਉਸ ਕੇਸ ਦੇ ਵਿੱਚ ਤੁਸੀਂ ਜਦੋਂ ਆਪਣੀ ਡਿਊਟੀ ਤੋਂ ਵਾਪਸ ਆਉਂਦੇ ਹੋ, ਤੁਸੀਂ ਆ ਕੇ ਆਪਣਾ ਨੱਕ ਨੂੰ ਕੋਸੇ ਪਾਣੀ ਨਾਲ ਛਿੱਟੇ ਮਾਰ ਕੇ ਸਾਫ਼ ਵੀ ਕਰ ਸਕਦੇ ਹੋ, ਸਟੀਮ ਵੀ ਲੈ ਸਕਦੇ ਹੋ। ਜਦੋਂ ਤੁਹਾਨੂੰ ਪਤਾ ਹੈਗਾ ਕਿ ਆਪਾਂ ਨੂੰ ਇੱਦਾਂ ਦੀ ਜਗ੍ਹਾ 'ਤੇ ਕੰਮ ਕਰਨਾ ਪੈਂਦਾ, ਗਰਾਰੇ ਕਰ ਸਕਦੇ ਹਾਂ, ਸਟੀਮ ਲੈ ਸਕਦੇ ਹਾਂ। ਅਤੇ ਇੱਦਾਂ ਦੀ ਜਿਹੜੇ ਵੀ ਆਕੂਪੇਸ਼ਨ ਕਰਦੇ ਆ ਉਹਨਾਂ ਨੂੰ ਵੈਸੇ ਤਾਂ ਹਰ ਬੰਦੇ ਨੂੰ ਕਰਨਾ ਚਾਹੀਦਾ, ਪਰ ਪ੍ਰਾਣਾਯਾਮ ਜ਼ਰੂਰ ਕਰਨਾ ਚਾਹੀਦਾ ਹੈਗਾ। ਪ੍ਰਾਣਾਯਾਮ ਦਾ ਮੀਨਿੰਗ ਹੀ ਪ੍ਰਾਣਾਯਾਮ ਦਾ 2 ਸ਼ਬਦਾਂ ਤੋਂ ਬਣਿਆ, ਪ੍ਰਾਣ ਔਰ ਆਯਾਮ। ਪ੍ਰਾਣ ਸਾਡੇ ਸ਼ਾਸਤਰਾਂ 'ਚ ਕਿਹਾ ਵਾਯੂ ਨੂੰ, ਆਯਾਮ ਯਾਨੀ ਕਿ ਉਹਦਾ ਵਿਸਤਾਰ ਕਰਨਾ, ਸਾਰੇ ਸਰੀਰ 'ਚ ਫੈਲਾਉਣਾ। ਜਦ ਅਸੀਂ ਨੋਰਮਲੀ ਬੈਠੇ ਹੁੰਦੇ ਹਾਂ ਨਾ, ਆਪਾਂ ਆਪਣੇ ਫੇਫੜੇ ਪੂਰੀ ਤਰ੍ਹਾਂ ਯੂਜ਼ ਹੀ ਨਹੀਂ ਕਰਦੇ। ਜਦ ਅਸੀਂ ਪ੍ਰਾਣਾਯਾਮ ਕਰਦੇ ਹਾਂ ਤਾਂ ਉਹ ਸਾਡੇ ਜਿਹੜੇ ਫੇਫੜੇ ਨੇ ਉਹ ਪ੍ਰੋਪਰਲੀ ਇਨਫਲੇਟ ਕਰਦੇ ਆ, ਉਹਨਾਂ ਦੇ ਐਂਡ ਤੱਕ ਆਕਸੀਜਨ ਪਹੁੰਚਦੀ ਹੈਗੀ ਆ। ਤਾਂ ਇਸ ਲਈ ਕਹਿੰਦੇ ਪ੍ਰਾਣਾਯਾਮ, ਕਿ ਪ੍ਰਾਣਾ ਦਾ ਪੂਰੇ ਸਰੀਰ 'ਚ ਵਿਸਤਾਰ ਕਰਨਾ, ਤਾਂ ਹੀ ਉਹਨੂੰ ਪ੍ਰਾਣਾਯਾਮ ਕਹਿੰਦੇ ਹੈਗੇ ਆ। ਤਾਂ ਉਹ ਕਰਨ ਦੇ ਨਾਲ ਵੀ ਤੁਹਾਡੇ ਲੰਗਸ ਇੱਕ ਤਰ੍ਹਾਂ ਨਾਲ ਡੀਟੌਕਸੀਫਾਈ ਹੋਣਗੇ, ਉਹਨਾਂ ਦੀ ਕੈਪੈਸਿਟੀ ਵਧੇਗੀ ਅਤੇ ਉਹ ਸਟਰੋਂਗ ਰਹਿਣਗੇ। ਅੱਛਾ, ਇੱਕ ਗੱਲ ਦੱਸੋ ਕਿ ਜਿਹੜਾ ਆਪਾਂ ਮੰਨ ਲਓ ਵੀ ਇਹ ਬੰਦਾ ਦੇ ਅੰਦਰ ਇਹ ਡਿਜ਼ੀਜ਼ ਆ ਗਈ, ਛਿੱਕਾਂ ਜ਼ੁਕਾਮ ਆ ਗਿਆ, ਜਾਂ ਕਿਸੇ ਨੂੰ ਹੈਰੀਡਿਟਰੀ ਵੀ ਆ ਜਾਂਦਾ ਹੁੰਦਾ ਕਿਸੇ ਦੇ ਪਰਿਵਾਰ ਦੇ ਵਿੱਚੋਂ, ਜਾਂ ਮਤਲਬ ਉਹਨੇ ਪੰਗਾ ਲੈ ਕੇ ਹੀ ਉਸ ਨੂੰ ਵਧਾ ਲਿਆ, ਯਾਨੀ ਕਿ ਕੁਛ ਟਰੀਨ ਖਾਈ ਗਿਆ, ਕੋਈ ਕੁਛ ਕਰੀ ਗਿਆ, ਕੋਈ ਕੁਛ ਕਰੀ ਗਿਆ, ਅਤੇ ਕੋਈ ਐਸੀ ਜਗ੍ਹਾ ਦੇ ਉੱਤੇ ਲੱਗਾ ਹੈ ਜਿੱਥੋਂ ਆਪਾਂ ਨੂੰ COPD ਦੀ ਪ੍ਰੋਬਲਮ ਅੱਗੇ ਚੱਲ ਕੇ ਵੱਧ ਜਾਂਦੀ ਹੈਗੀ। ਉਹ ਫਿਰ ਕੀ ਕਰਦੇ ਨੇ, ਸਾਹ ਆ ਨਹੀਂ ਰਿਹਾ ਅਤੇ ਉਹ ਫਿਰ ਪੰਪ ਦੇ ਉੱਤੇ ਚਲੇ ਜਾਂਦੇ ਨੇ, ਜਿਹੜੇ ਆਪਾਂ ਸਪਰੇਅ ਪੰਪ ਜਿਹੜਾ ਹੁੰਦਾ ਉਹਦੇ 'ਚ ਚਲੇ ਜਾਂਦੇ। ਇਹ ਖਤਰਨਾਕ ਵਰਤਾਰਾ ਹੈ। ਦੇਖੋ 2 ਤਰ੍ਹਾਂ ਦੇ ਸਟੀਰੋਇਡਸ ਹੁੰਦੇ ਆ ਇਹਦੇ ਵਿੱਚ, ਕੁਛ ਹੁੰਦੇ ਆ ਮੂੰਹ ਰਾਹੀਂ ਲੈਣ ਵਾਲੇ ਅਤੇ ਕੁਛ ਹੁੰਦੇ ਇਨਹੇਲਰਸ। ਕਿਸੇ ਵੀ ਫੇਜ਼ ਦੇ ਵਿੱਚ ਸਟੀਰੋਇਡ ਬਹੁਤ ਜ਼ਿਆਦਾ ਤਾਂ ਲੈਣਾ ਨਹੀਂ ਚਾਹੀਦਾ, ਪਰ ਐਮਰਜੈਂਸੀ ਕੇਸਿਸ ਦੇ ਵਿੱਚ ਜੇ ਆਪਾਂ ਨੂੰ ਚੁਣਨਾ ਹੀ ਪੈ ਜਾਵੇ ਤਾਂ ਇਨਹੇਲਰ ਬੈਟਰ ਹੈ, ਕਿਉਂਕਿ ਉਹ ਤੁਹਾਡੇ ਸਿਰਫ ਫੇਫੜਿਆਂ ਤੱਕ ਰਹਿੰਦੇ ਆ। ਜਦ ਆਪਾਂ ਗੋਲੀ ਖਾ ਲਈ ਤਾਂ ਉਹ ਤੁਹਾਡੇ ਬਲੱਡ ਸਟਰੀਮ ਦੇ ਵਿੱਚ ਜਾਏਗੀ ਅਤੇ ਉਹ ਸਾਰੇ ਬਾਡੀ ਦੇ ਆਰਗਨਸ 'ਤੇ ਉਹਦਾ ਆਪਣਾ ਬੁਰਾ ਅਸਰ ਦਿਖਾ ਸਕਦੀ ਹੈ। ਐਮਰਜੈਂਸੀ ਲਈ ਠੀਕ ਨੇ, ਪਰ ਉਹਨਾਂ ਤੋਂ ਬਾਹਰ ਅਸੀਂ ਨਿਕਲਣਾ ਹੈ ਤਾਂ ਆਯੁਰਵੇਦ ਨਾਲ ਹੀ ਨਿਕਲਾਂਗੇ। ਉਹਨਾਂ ਨੂੰ ਅਸੀਂ ਜਿੱਦਾਂ ਕੋਈ ਸਾਡੇ ਕੋਲ ਪੇਸ਼ੈਂਟ ਆਉਂਦੇ ਹੈਗੇ ਆ ਤਾਂ ਉਹ ਇਨਹੇਲਰ ਪਹਿਲਾਂ ਲੈ ਰਹੇ ਹੁੰਦੇ, ਕੋਈ ਬੰਦਾ 10 ਵਾਰ ਲੈ ਰਿਹਾ, ਉਹਦਾ ਹੌਲੀ ਹੌਲੀ ਕਰਕੇ ਤਾਂ ਉਹ 10 ਤੋਂ 5 ਵਾਰ 'ਤੇ ਆ ਗਿਆ, 4 ਵਾਰ 'ਤੇ ਆ ਗਿਆ, ਐਮਰਜੈਂਸੀ ਫੇਸ 'ਤੇ ਲੈਣ ਲੱਗ ਗਿਆ, ਹੌਲੀ ਹੌਲੀ ਉਹ ਛੁੱਟਣੇ ਸ਼ੁਰੂ ਹੋ ਜਾਂਦੇ ਜਿੱਦਾਂ ਉਹ ਆਯੁਰਵੈਦਿਕ ਟ੍ਰੀਟਮੈਂਟ ਲੈਂਦੇ ਹੈਗੇ ਜੀ। ਆਯੁਰਵੈਦਿਕ ਟ੍ਰੀਟਮੈਂਟ ਦੇ ਨਾਂ 'ਤੇ ਤੁਸੀਂ ਗੱਲ ਕੀਤੀ ਹੈ, ਅਤੇ ਆਪਣੀ ਰਸੋਈ ਜਿਹੜੀ ਹੈ ਇੱਕ ਬੜੀ ਵੱਡੀ ਪ੍ਰਯੋਗਸ਼ਾਲਾ ਹੈਗੀ ਆਯੁਰਵੈਦਿਕ ਜਿਹੜਾ ਦਵਾਈਆਂ ਦੀ, ਔਰ ਆਯੁਰਵੇਦ ਆਪਾਂ ਇਹ ਕਹਿ ਸਕਦੇ ਹਾਂ ਫਾਰਮੇਸੀ ਉਹ ਕਹਿ ਦਈਏ ਤਾਂ ਇਸ ਤੋਂ ਵੱਡੀ ਗੱਲ ਨਹੀਂ ਹੋਏਗੀ। ਅਤੇ ਇੱਥੋਂ ਫਿਰ ਕੀ ਕੱਢੋਗੇ ਤੁਸੀਂ ਖਜ਼ਾਨਾ? ਦੇਖੋ ਜੇ ਕਿਸੇ ਨੂੰ ਐਸਥਮਾ ਹੈ ਘਰ ਦੇ ਵਿੱਚ, ਤਾਂ ਦੇਖੋ ਆਪਣੇ ਕਿਚਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਆਪਣੇ ਆਸ-ਪਾਸ ਬਹੁਤ ਸਾਰੀਆਂ ਚੀਜ਼ਾਂ, ਇਹਨਾਂ ਦੇ ਵਿੱਚ ਮੈਂ ਕੁਝ ਸਿੰਗਲ ਡਰੱਗਸ ਦੱਸ ਰਿਹਾ ਹਾਂ, ਅਤੇ ਇਹਨਾਂ ਨੂੰ ਜੇ ਤੁਸੀਂ ਆਪਣੇ ਘਰ 'ਚ ਫੋਲੋ ਕਰੋ ਤੁਹਾਨੂੰ ਐਸਥਮਾ ਤੋਂ ਬਚਾਉਣਗੇ, ਪ੍ਰੀਵੈਂਟ ਵੀ ਕਰਨਗੇ ਅਤੇ ਕਿਉਰ ਕਰਨ ਦੇ ਵਿੱਚ ਵੀ ਹੈਲਪ ਕਰਨਗੇ। ਇਹਨਾਂ ਦੇ ਵਿੱਚ ਸਭ ਤੋਂ ਵਧੀਆ ਆਪਣੇ ਕੋਲ ਹੈ ਤੁਲਸੀ ਲੈ ਸਕਦੇ ਹੋ। ਤੁਲਸੀ ਦੇ ਤੁਸੀਂ ਉਹਦੀ ਕਾੜਾ ਬਣਾ ਕੇ ਲੈ ਸਕਦੇ ਹੋ ਅਤੇ ਪੱਤਿਆਂ ਦਾ। ਸੈਕਿੰਡਲੀ ਪਿਪਲੀ ਕਹਿੰਦੇ ਆ, ਪਿਪਲੀ ਲੌਂਗ ਪੈਪਰ ਹੁੰਦੀ ਆ, ਅਤੇ ਤੁਸੀਂ ਪਿਪਲੀ ਦੀ ਨੂੰ ਜਿੱਦਾਂ ਪੀਸ ਕੇ ਉਸ ਨੂੰ ਕਾੜੇ ਦੀ ਫਾਰਮ ਦੇ ਵਿੱਚ ਵੀ ਲੈ ਸਕਦੇ ਹੋ, ਜਾਂ ਗਾਂ ਦੇ ਦੁੱਧ ਵਿੱਚ ਬੋਇਲ ਕਰਕੇ ਵੀ ਉਸ ਨੂੰ ਲੈ ਸਕਦੇ ਹੋ। ਤਾਂ ਉਹ ਵੀ ਤੁਹਾਡਾ ਉਹ ਅੰਦਰੋਂ ਤੁਹਾਡੇ ਜਿਹੜਾ ਜੰਮਿਆ ਹੋਇਆ ਕਫ ਹੈ ਉਹਨੂੰ ਬਾਹਰ ਕੱਢ ਦਿੰਦੀ ਹੈ, ਐਕਸਪੈਕਟੋਰੈਂਟ ਦਾ ਕੰਮ ਕਰਦੀ ਜੰਮੇ ਹੋਏ ਕਫ ਨੂੰ, ਕਿਉਂਕਿ ਉਹਨੇ ਤੁਹਾਡੇ ਸਾਹ ਦੀਆਂ ਨਾਲੀਆਂ ਨੂੰ ਬਲੌਕ ਕੀਤਾ ਹੋਇਆ। ਦੂਜਾ ਪਿਪਲੀ ਇੱਕ ਬਹੁਤ ਵਧੀਆ ਇਮਿਊਨਿਟੀ ਬੂਸਟਰ ਹੈਗੀ, ਬਟ ਥੋੜੀ ਗਰਮ ਹੁੰਦੀ है। स्टार्ट जिन्हें भी करनी हो थोड़ी। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी
सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਮਾਤਰਾ ਤੋਂ ਕਰੇ ਜਿੰਨੀ ਕਿ ਜਿੱਦਾਂ ਬੱਚਾ ਹੈ ਤਾਂ ਉਹਨੂੰ ਹਾਫ ਦੇ ਸਕਦੇ ਹੋ, ਵੱਡਾ ਹੈ ਤਾਂ ਉਹ ਫੁੱਲ ਵੀ ਲੈ ਸਕਦਾ ਹੈ। ਮਤਲਬ ਪਿਪਲੀ ਜਿੱਦਾਂ 1.5 ਇੰਚ ਦੀ ਹੁੰਦੀ ਆ ਤਾਂ ਬੱਚੇ ਦੇ ਕੇਸ ਦੇ ਵਿੱਚ ਤੁਸੀਂ ਥੋੜ੍ਹੀ ਮਾਤਰਾ ਤੋਂ ਸਟਾਰਟ ਕਰੋ। ਉਹਨੂੰ ਪੀਸ ਕੇ ਜਦੋਂ ਮੈਂ ਦੱਸਿਆ ਤੁਸੀਂ ਵਾਟਰ 'ਚ ਬੋਇਲ ਕਰਕੇ ਲੈ ਸਕਦੇ ਹੋ ਜਾਂ ਦੁੱਧ 'ਚ ਬੋਇਲ ਕਰਕੇ ਵੀ ਲੈ ਸਕਦੇ ਹੋ, ਪਰ ਗਾਂ ਦਾ ਹੋਵੇ। ਜਿੰਨਾ 1 ਕੱਪ ਵਾਟਰ ਹੈਗਾ ਉਹਦੇ ਵਿੱਚ ਬੋਇਲ ਕਰੋ, ਜਦੋਂ ਅੱਧਾ ਰਹਿ ਜਾਂਦਾ ਹੈਗਾ ਤਾਂ ਉਸਨੂੰ ਪੀ ਸਕਦੇ ਹੋ ਤੁਸੀਂ, ਅਤੇ ਕਾੜੇ ਦੀ ਫੋਰਮ ਦੇ ਵਿੱਚ, ਅਤੇ ਇਸ ਤਰ੍ਹਾਂ ਲੈ ਸਕਦੇ ਹਾਂ। ਤੀਜਾ ਕਾਲੀ ਮਿਰਚ ਆਪਾਂ ਬਹੁਤ ਵਧੀਆ ਇਸ ਦੇ ਵਿੱਚ ਲੈ ਸਕਦੇ ਹਾਂ। ਥਰਡ ਇੱਕ ਔਸ਼ਧੀ ਹੁੰਦੀ ਹੈ ਵਾਸਾ। ਵਾਸਾ ਬੜੀ ਅੱਛੀ ਹੈਗੀ ਆ ਜਿਹੜੀ ਕਿ ਬ੍ਰੌਂਕੀਓਡਾਇਲੇਟਰ ਦਾ ਕੰਮ ਕਰਦੀ ਹੈ, ਯਾਨੀ ਕਿ ਫੇਫੜਿਆਂ ਨੂੰ ਮਤਲਬ ਉਹਨਾਂ ਨੂੰ ਖੋਲ੍ਹਦੀ ਆ, ਉਹਨਾਂ ਦੀ ਬਲੋਕੇਜ ਨੂੰ ਹੈਗੀ ਤਾਂ ਵਾਸਾ ਯੂਜ਼ ਕੀਤੀ ਜਾ ਸਕਦੀ ਆ। ਅਤੇ ਇਹ ਸਾਰੀਆਂ ਜਿਹੜੀਆਂ ਔਸ਼ਧੀਆਂ ਨੇ ਜਿਹੜੀਆਂ ਆਪਣੇ ਆਸ-ਪਾਸ ਉਪਲਬਧ ਹੈਗੀਆਂ ਹਰ ਬੰਦੇ ਦੇ, ਅਤੇ ਇਹ ਚੀਜ਼ਾਂ ਫੋਲੋ ਕਰੋ। ਨਾਲ ਆਮਲੇ ਦਾ ਸੇਵਨ ਡੇਲੀ ਕਰੋ, ਜਿੱਦਾਂ ਵਿੰਟਰਸ ਹੈਗੀਆਂ ਆਮਲੇ ਦਾ ਸੇਵਨ ਕਰ ਸਕਦੇ ਹਾਂ ਆਪਾਂ। ਚਵਨਪ੍ਰਾਸ਼ ਈਜ਼ੀਲੀ ਅਵੇਲੇਬਲ ਅੱਜ ਕੱਲ੍ਹ। ਐਲੋਵੇਰਾ ਵੀ ਅੱਛਾ ਹੈਗਾ ਇਮਿਊਨਿਟੀ ਬੂਸਟ ਕਰ ਲਈ। ਅਤੇ ਇਸ ਤਰ੍ਹਾਂ ਨਾਲ ਜਦ ਤੁਸੀਂ ਆਪਾਂ ਇਹ ਚੀਜ਼ਾਂ ਕਰਦੇ ਹਾਂ ਤਾਂ ਤੁਹਾਡਾ ਜਿਹੜਾ ਰੈਸਪੀਰੇਟਰੀ ਸਿਸਟਮ ਹੈ ਬਹੁਤ ਅੱਛੀ ਤਰ੍ਹਾਂ ਸਟਰੋਂਗ ਹੁੰਦਾ ਹੈਗਾ। ਨਾਲ ਆਪਣਾ ਪ੍ਰਾਣਾਯਾਮ ਜਿਵੇਂ ਮੈਂ ਦੱਸਿਆ ਉਹ ਜ਼ਰੂਰ ਕਰੋ। ਉਹਦੇ ਵਿੱਚ ਤੁਸੀਂ ਕੁੰਭਕ ਰੇਚਕ ਪ੍ਰਾਣਾਯਾਮ ਕਰ ਸਕਦੇ ਹੋ। ਉਹਦੇ ਵਿੱਚ ਕੀ ਹੁੰਦਾ ਕਿ ਜਦ ਆਪਾਂ ਜਦ ਆਪਾਂ ਇਨਹੇਲ ਕਰਦੇ ਹਾਂ, ਸਾਹ ਲੈਂਦੇ ਹਾਂ, ਉਸ ਤੋਂ ਬਾਅਦ ਥੋੜ੍ਹੀ ਦੇਰ ਹੋਲਡ ਕਰਨਾ ਹੁੰਦਾ ਉਹਨੂੰ ਕਹਿੰਦਾ ਕੁੰਭਕ, ਵੀ ਹੋਲਡ ਕਰ ਲਿਆ, ਫਿਰ ਰੇਚਕ ਛੱਡਣਾ। ਕਿਉਂਕਿ ਐਸਥਮਾ ਦੇ ਵਿੱਚ ਜ਼ਿਆਦਾਤਰ ਐਕਸਪਾਇਰੇਟਰੀ ਯਾਨੀ ਕਿ ਜਦ ਆਪਾਂ ਛੱਡਦੇ ਹਾਂ ਨਾ ਸਾਹ ਨੂੰ ਉਸ ਵੇਲੇ ਹੀ ਦਿੱਕਤ ਆਉਂਦੀ ਹੈ। ਅਤੇ ਇਹਨਾਂ ਜਿਹੜੇ ਕੇਸਿਸ ਹੁੰਦੇ ਆ ਐਸਥਮਾ ਵਾਲਿਆਂ, ਇਹਨਾਂ 'ਚ ਖਾਸ ਤੌਰ 'ਤੇ ਇੱਕ ਕੇਸ ਜ਼ਰੂਰ ਦੇਖਿਆ ਜਾਂਦਾ ਕਿ ਛਾਤੀ 'ਚੋਂ ਸੀਟੀਆਂ ਦੀ ਆਵਾਜ਼ ਆਉਣਾ ਜਾਂ ਵੈਲਕਰੋ ਕ੍ਰੈਪਟਸ, ਜਿਵੇਂ ਕੋਈ ਕੜਕੜ ਦੀ ਆਵਾਜ਼ ਆਉਣਾ, ਜਿੱਦਾਂ ਇੱਦਾਂ ਦੀਆਂ ਆਵਾਜ਼ਾਂ ਆਉਂਦੀਆਂ। ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਫੇਫੜੇ ਆਪਸ ਦੇ ਵਿੱਚ ਉਹ ਜਿਹੜਾ ਕਫ ਹੈ ਉਹਦੇ ਨਾਲ ਚਿਪਕੇ ਹੋਏ, ਜਦੋਂ ਸਾਹ ਲੈਂਦੇ ਤਾਂ ਇੰਨੀ ਕੁ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈਗੀ ਉਹਨਾਂ 'ਚ। ਤਾਂ ਐਸੇ ਕੇਸਿਸ ਦੇ ਵਿੱਚ ਜਦੋਂ ਅਸੀਂ ਇੱਦਾਂ ਦੀਆਂ ਦਵਾਈਆਂ ਲਵਾਂਗੇ ਤਾਂ ਉਹ ਤੁਹਾਡੇ ਕਫ ਨੂੰ ਉੱਧਰੋਂ ਬਾਹਰ ਕੱਢਣਗੇ, ਤੁਹਾਡੇ ਲੰਗਸ ਨੂੰ ਡੀਟੌਕਸ ਕਰਨਗੇ ਅਤੇ ਤੁਹਾਡੀ ਸਾਹ ਲੈਣ ਦੀ ਖਮਤਾ ਵੀ ਵਧਾਉਣਗੇ। ਇਹ ਤਾਂ ਹੋ ਗਿਆ ਚਲੋ ਵੀ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਵੀ ਰਸੋਈ ਦੇ ਵਿੱਚ ਆਪਣਾ ਜੋ ਵੀ ਪਿਆ ਹੈਗਾ ਉਹਦੇ ਨਾਲ ਮਲੈਠੀ ਵੀ ਇਸ ਚੀਜ਼ ਦੇ ਵਿੱਚ ਕੰਮ ਆਏ। ਮਲੈਠੀ ਇੱਕ ਬਹੁਤ ਅੱਛਾ ਐਂਟੀ ਐਲਰਜਿਕ ਹੈ। ਮਲੈਠੀ ਨੂੰ ਵੀ ਲੈਣ ਨਾਲ ਤੁਹਾਡਾ ਜਿੱਦਾਂ ਖਾਂਸੀ ਹੈ ਜਾਂ ਸਾਹ ਦੀ ਦਿੱਕਤ ਹੈ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਰਿਲੀਫ ਮਿਲਦਾ ਹੈਗਾ। ਲੈਣ ਦਾ ਕੋਈ ਤਰੀਕਾ ਕੋਈ ਕਿੰਨੇ ਕੁ ਲੈਣੀ? ਮਲੈਠੀ ਨੂੰ ਤੁਸੀਂ ਪਾਊਡਰ ਫਾਰਮ ਦੇ ਵਿੱਚ ਵੀ ਲੈ ਸਕਦੇ ਹੋ, ਤੁਸੀਂ ਬੋਇਲ ਕਰਕੇ ਲੈ ਸਕਦੇ ਹੋ, ਜਾਂ ਫਿਰ ਇੱਕ ਰॉ ਮਲੈਠੀ ਸਾਫ਼ ਮਾਤਰਾ 'ਚ ਉਹਨੂੰ ਚੂਸਣ ਲਈ ਵੀ ਲੈ ਸਕਦੇ ਹੋ। ਪਰ ਉਹ ਜਿੱਦਾਂ ਕਫ ਦੀ ਪ੍ਰੋਬਲਮ ਹੈਗੀ ਆ ਉਹਦੇ ਵਿੱਚ ਤੁਹਾਨੂੰ ਬਹੁਤ ਅੱਛਾ ਲਾਭ ਦਿੰਦੀ ਹੈਗੀ ਆ। ਦਿਨ 'ਚ ਕਿੰਨੀ ਵਾਰ ਕਿੰਨੀ ਕੁ ਲੈਣੀ? ਤੁਸੀਂ ਦਿਨ 'ਚ 2-3 ਵਾਰ ਲੈ ਸਕਦੇ ਹੋ, 3 ਜਾਂ 4 ਵਾਰ ਵੀ ਲੈ ਸਕਦੇ ਹੋ। ਉਹਦਾ ਤੁਹਾਨੂੰ ਕੋਈ ਸਾਈਡ ਇਫੈਕਟ ਤੁਸੀਂ ਲੈ ਸਕਦੇ ਹੋ। ਉਸ ਦੀ ਮਾਤਰਾ ਜਿੱਦਾਂ 1 ਜਾਂ 2 ਗ੍ਰਾਮ ਜਾਂ 5 ਗ੍ਰਾਮ ਤੱਕ ਲੈ ਸਕਦੇ ਹੋ। ਜੇ ਪਾਊਡਰ ਫਾਰਮ ਦੇ ਪੀਸ, ਹਾਂ ਉਸਦਾ ਜਿੱਦਾਂ 1 ਜਾਂ 1.5 ਇੰਚ ਦੀ ਤੁਸੀਂ ਬਹੁਤੀ ਵੱਡੀ ਤਾਂ ਹੁਣ ਲੈ ਵੀ ਨਹੀਂ ਸਕਦਾ ਬੰਦਾ, ਅਤੇ ਪਾਊਡਰ ਫਾਰਮ ਦੇ ਵਿੱਚ ਤੁਸੀਂ ਉਹਦੀ 10 ਗ੍ਰਾਮ ਦੀ ਮਾਤਰਾ ਪਰ ਡੇ ਦੇ ਵਿੱਚ ਲੈ ਚੂਸਣਾ ਹੈਗਾ। ਜੇ ਮੂੰਹ 'ਚ ਰੱਖ ਕੇ ਮੂੰਹ ਦੇ ਵਿੱਚ ਰੱਖ ਕੇ ਚੂਸ ਸਕਦੇ ਹੋ ਤੁਸੀਂ। ਅਤੇ ਪਾਊਡਰ ਫਾਰਮ ਦੇ ਵਿੱਚ ਲੈਣੀ ਹੈ ਤੁਸੀਂ ਫੱਕੀ ਦੀ ਤਰ੍ਹਾਂ, ਤੁਸੀਂ ਉਹਨੂੰ ਗਰਮ ਪਾਣੀ ਨਾਲ ਲੈ ਸਕਦੇ ਹੋ। ਜੇ ਫੱਕੀ ਨਹੀਂ ਲਈ ਜਾਂਦੀ ਤੁਸੀਂ ਬੋਇਲ ਕਰਕੇ ਵੀ ਲੈ ਸਕਦੇ ਹੋ। ਰਿਲੀਫ ਦਿੰਦੀ ਹੈ ਪੂਰਾ? ਬਿਲਕੁਲ ਰਿਲੀਫ ਦਿੰਦੀ ਹੈ। ਨਾਲ ਜਿਹੜੀਆਂ ਮੈਂ ਹੋਰ ਡਰੱਗਸ ਵੀ ਦੱਸੀਆਂ ਹੈਗੀਆਂ ਤੁਹਾਨੂੰ, ਸਿੰਗਲ ਡਰੱਗਸ, ਉਹ ਵੀ ਨਾਲ ਲਓ, ਉਹਨਾਂ ਨਾਲ ਵੀ ਕਾਫੀ ਫਾਇਦਾ ਹੁੰਦਾ ਹੈਗਾ। ਜਿਵੇਂ ਪਿਪਲੀ ਦੱਸੀ ਹੈਗੀ ਆ, ਅਤੇ ਤੁਲਸੀ, ਪਿਪਲੀ, ਤੁਲਸੀ ਅਤੇ ਆਮਲਾ, ਇਹ ਚੀਜ਼ਾਂ ਤੁਹਾਨੂੰ ਕਾਫੀ ਰਿਲੀਫ ਦੇਣਗੀਆਂ ਰੈਸਪੀਰੇਟਰੀ ਡਿਸਆਰਡਰ ਦੇ ਵਿੱਚ। ਦੂਸਰੇ ਕੇਸ ਦੇ ਵਿੱਚ ਜਿੱਦਾਂ ਬੰਦਿਆਂ ਨੂੰ ਮੈਂ ਜਿਵੇਂ ਦੱਸਿਆ ਕਿ ਛਾਤੀ 'ਚ ਸੀਟੀਆਂ ਦੀ ਆਵਾਜ਼ ਆਉਂਦੀ ਹੈਗੀ ਆ, ਉਹਨਾਂ ਲਈ ਇੱਕ ਘਰੇਲੂ ਨੁਸਖਾ ਦੱਸ ਰਿਹਾ ਕਿ ਤੁਸੀਂ ਜਿੱਦਾਂ ਤਿਲਾਂ ਦਾ ਤੇਲ ਹੁੰਦਾ ਈਜ਼ੀਲੀ ਉਪਲਬਧ ਆਪਣੇ ਕੋਲ,
ਤਾਂ ਉਹਦੇ ਵਿੱਚ ਚੁਟਕੀ ਭਰ ਸੈਂਦਾ ਨਮਕ ਪਾਓ, 1 ਚਮਚ ਤਿਲਾਂ ਦੇ ਤੇਲ ਵਿੱਚ ਚੁਟਕੀ ਭਰ ਸੈਂਦਾ ਨਮਕ ਪਾਓ, ਉਹਨੂੰ ਹਲਕਾ ਜਿਹਾ ਵਾਰਮ ਕਰ ਲਓ, ਗਰਮ ਕਰ ਲਓ, ਅਤੇ ਉਹਦੇ ਨਾਲ ਪਹਿਲਾਂ ਆਪਣੀ ਛਾਤੀ ਦੀ ਮਾਲਿਸ਼ ਕਰੋ ਅੱਛੀ ਤਰ੍ਹਾਂ ਨਾਲ। ਹਾਂ, ਛਾਤੀ ਦੀ ਮਾਲਿਸ਼ ਕਰੋ, ਸਾਈਡਸ 'ਤੇ ਅੱਛੀ ਤਰ੍ਹਾਂ ਨਾਲ ਮਾਲਿਸ਼ ਕਰਕੇ ਫਿਰ ਸਟੀਮ ਲਵੋ ਵਧੀਆ ਤਰੀਕੇ ਨਾਲ। ਉਸ ਤੋਂ ਬਾਅਦ ਤੁਸੀਂ ਆਹ ਜ਼ਰੂਰ ਕਹੋਗੇ ਵੀ ਡਾਕਟਰ ਸਾਹਿਬ ਮੈਨੂੰ ਤਾਂ ਰੇਸ਼ਾ ਜ਼ਿਆਦਾ ਆਇਆ, ਬਟ ਉਹ ਕੀ ਆ, ਜਿਹੜਾ ਅੰਦਰ ਜਮਿਆ ਹੋਇਆ ਕਫ ਹੈ ਉਹਨੂੰ ਬਾਹਰ ਕੱਢੇਗਾ, ਉਹ ਬਾਹਰ ਕੱਢੇਗਾ, ਉਸ ਤੋਂ ਬਾਅਦ ਰਿਲੀਫ ਬੜਾ ਵਧੀਆ ਮਿਲਦਾ ਹੈਗਾ ਬੰਦੇ ਨੂੰ। ਤਾਂ ਇਹ ਚੀਜ਼ ਵੀ ਆਪਾਂ ਘਰ ਬੈਠੇ ਕਰ ਸਕਦੇ ਹੈਗੇ। ਉਸ ਤੋਂ ਇਲਾਵਾ ਜੇ ਫਿਰ ਵੀ ਤੁਹਾਨੂੰ ਰਿਲੀਫ ਨਹੀਂ ਮਿਲਦਾ ਤਾਂ ਤੁਸੀਂ ਕਿਸੇ ਵੀ ਆਯੁਰਵੈਦਿਕ ਡਾਕਟਰ ਨੂੰ ਸੰਪਰਕ ਕਰ ਸਕਦੇ ਹੋ, ਸਾਡੇ ਕੋਲ ਆ ਸਕਦੇ ਹੋ। ਸਾਡੇ ਕੋਲ ਮੈਡੀਸਿਨਸ ਦੀ ਵੀ ਸੁਵਿਧਾ ਹੈ ਅਤੇ ਪੰਚਕਰਮ ਦੀ ਵੀ ਸੁਵਿਧਾ ਹੈਗੀ ਆ ਐਸਥਮਾ ਦੇ ਕੇਸਿਸ ਦੇ ਲਈ। ਤੁਹਾਡੇ ਕੋਲ ਕੀ ਕੀ ਇਲਾਜ ਹੈਗੇ ਨੇ ਉਹਦੇ 'ਤੇ ਆਪਾਂ ਕਰਦੇ ਹਾਂ ਥੋੜ੍ਹੀ ਜਿਹੀ ਗੱਲਬਾਤ। ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਅਸਥਮਾ ਹੈਗਾ, ਦਮਾ ਹੈਗਾ, ਜਾਨਲੇਵਾ ਵੀ ਬਣ ਜਾਂਦਾ ਅਤੇ ਜਾਨਲੇਵਾ ਕਿਹੜੀ ਸਟੇਜ 'ਤੇ ਜਾ ਕੇ ਬਣ ਜਾਂਦਾ? ਬਿਲਕੁਲ, ਐਸਥਮਾ ਜਿੱਦਾਂ ਤੁਸੀਂ ਦੱਸਿਆ ਸਟਾਰਟ ਦੇ ਵਿੱਚ ਕਿ ਦਮਾ ਦਮ ਨਾਲ ਜਾਂਦਾ ਹੈ, ਜਿਹੜਾ ਆਮ ਕਹਾਵਤ ਹੈ। ਮੈਂ ਕਹਿੰਦਾ ਜੇ ਤੁਸੀਂ ਸਹੀ ਤਰੀਕੇ ਨਾਲ ਆਪਾਂ ਚੱਲੀਏ ਵੀ ਆਪਣੀ ਜੇ ਮਰੀਜ਼ ਦੀ ਪੂਰੀ ਮਨਸ਼ਾ ਹੈ ਅਤੇ ਉਹ ਆਪਣਾ ਡਾਈਟ ਨੂੰ ਅੱਛੀ ਤਰ੍ਹਾਂ ਨਾਲ ਫੋਲੋ ਕਰ ਸਕਦਾ ਹੈ, ਪ੍ਰੋਪਰ ਆਯੁਰਵੈਦਿਕ ਟਰੀਟਮੈਂਟ ਲੈਂਦਾ, ਤਾਂ ਕੋਈ ਸ਼ੱਕ ਨਹੀਂ ਕਿ ਦਮਾ ਦਮ ਨਾਲ ਜਾਵੇ। ਉਸ ਤੋਂ ਪਹਿਲਾਂ ਹੀ ਆਪਾਂ ਉਹਨੂੰ ਠੀਕ ਕਰ ਦਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਪਰ ਗੱਲ ਇਹ ਹੈ ਕਿ ਉਹ ਅੱਛੀ ਤਰ੍ਹਾਂ ਨਾਲ ਉਹ ਚੀਜ਼ਾਂ ਨੂੰ ਫੋਲੋ ਕਰੋ। ਮੇਨ ਆਯੁਰਵੇਦ ਵਿੱਚ ਕਹਿੰਦੇ ਨਿਦਾਨ ਪਰਿਵਰਜਨ, ਵੀ ਰੋਗ ਦੇ ਕਾਰਨ ਦਾ ਤਿਆਗ ਕਰਨਾ ਪਏਗਾ ਤੁਹਾਨੂੰ ਆਪਣੀ ਡਾਈਟਰੀ ਮੈਨੀਫੈਸਟੇਸ਼ਨ ਨੂੰ ਠੀਕ ਕਰੇਗਾ। ਤੁਸੀਂ ਹੁਣ ਕਈ ਲੋਕ ਮੈਦੇ ਵਾਲੀਆਂ ਚੀਜ਼ਾਂ ਖਾਂਦੇ ਆ, ਮੈਦੇ ਵਾਲੀਆਂ ਚੀਜ਼ਾਂ ਖਾਣੀਆਂ, ਹਾਂ ਤਲੀਆਂ ਹੋਈਆਂ ਚੀਜ਼ਾਂ ਖਾਣੀਆਂ, ਠੰਡੀਆਂ ਚੀਜ਼ਾਂ ਖਾਣੀਆਂ। ਕੋਈ ਵੀ ਠੰਡੀ ਚੀਜ਼ ਖਾਂਦੇ ਹੋ ਉਹ ਤੁਹਾਨੂੰ ਕੰਸਟ੍ਰਿਕਸ਼ਨ ਅੰਦਰ ਜਿੱਦਾਂ ਨਾੜੀਆਂ ਨੂੰ, ਬ੍ਰੌਂਕਿਓਲ ਨੂੰ ਸੁੰਗਾੜਦੀ ਆ। ਹੁਣ ਆਪਾਂ ਕੋਈ ਗਰਮ ਪਾਣੀ ਪੀਂਦੇ ਹਾਂ, ਚਾਹ ਵੀ ਪੀਂਦੇ ਹਾਂ, ਕਿਸੇ ਵੀ ਤਰ੍ਹਾਂ ਦੀ ਗ੍ਰੀਨ ਟੀ ਹੈ, ਉਹ ਤੁਹਾਨੂੰ ਬ੍ਰੌਂਕੋਡਿਲੇਟਰ ਦਾ ਕੰਮ ਕਰਦੀ ਹੈ, ਤੁਹਾਨੂੰ ਸਾਹ ਵਧੀਆ ਆਉਂਦਾ ਹੈਗਾ। ਹੁਣ ਠੰਡੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਪਏਗਾ ਤੁਹਾਨੂੰ, ਮੈਦੇ ਵਾਲੀਆਂ ਚੀਜ਼ਾਂ ਨੂੰ, ਜੰਕ ਫੂਡ ਨੂੰ ਅਵੋਇਡ ਕਰਨਾ ਪਏਗਾ, ਅਤੇ ਪ੍ਰੀਜ਼ਰਵੇਟਿਵਸ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਹੁਣ ਜੇ ਤੁਸੀਂ ਅਵੋਇਡ ਕਰਦੇ ਹੋ ਅਤੇ ਪ੍ਰੋਪਰ ਤੁਸੀਂ ਆਯੁਰਵੈਦਿਕ ਟਰੀਟਮੈਂਟ ਲੈਂਦੇ ਹੋ, ਨਾਲ ਯੋਗਾ ਮੈਡੀਟੇਸ਼ਨ ਕਰਦੇ ਹੋ, ਐਵਰੀਥਿੰਗ ਹਰ ਚੀਜ਼ ਕਿਉਰੇਬਲ ਹੈਗੀ ਹੈ, ਕੋਈ ਸਮੱਸਿਆ ਵਾਲੀ ਗੱਲ ਨਹੀਂ। ਹੁਣ ਰਹੀ ਗੱਲ ਜਿਹੜੀ ਤੁਸੀਂ ਦੱਸੀ ਕਿ ਇਹ ਤੁਹਾਨੂੰ ਜਾਨਲੇਵਾ ਸਥਿਤੀ 'ਚ ਪਹੁੰਚਾਉਂਦਾ, ਡੈਫੀਨੇਟਲੀ ਜਿੱਦਾਂ ਜੇ ਤੁਸੀਂ ਇਸ ਨੂੰ ਇਗਨੋਰ ਕਰਦੇ ਰਹਿੰਦੇ ਹੋ ਤਾਂ ਐਸਥਮਾ ਕੀ ਹੈ, ਜਦ ਬੰਦੇ ਨੂੰ ਸਾਹ ਹੀ ਨਹੀਂ ਆਏਗਾ ਤਾਂ ਪ੍ਰਾਣ ਹੀ ਜਦ ਨਹੀਂ ਰਹੇ, ਵਾਯੂ ਨੂੰ ਪ੍ਰਾਣ ਕਿਹਾ ਗਿਆ, ਜਦ ਪ੍ਰਾਣ ਹੀ ਨਹੀਂ ਆਉਣਗੇ, ਸਾਹ ਹੀ ਨਹੀਂ ਆਏਗਾ ਤਾਂ ਵਿਅਕਤੀ ਨੂੰ ਕਿਸੇ ਵੀ ਗੰਭੀਰ ਸਥਿਤੀ ਦੇ ਵਿੱਚ ਬੰਦਾ ਪਹੁੰਚ ਸਕਦਾ। ਆਕਸੀਜਨ ਲੈਵਲ ਘੱਟ ਹੋਣ ਨਾਲ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨੀ ਜ਼ਿਆਦਾ ਵੱਧ ਸਕਦੀ ਹੈ, ਜੋ ਕਿ ਤੁਹਾਨੂੰ ਅੱਗੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਜੀ, ਨਮੂਨੀਆ ਜਿਹੜਾ ਉਹ ਕਿਵੇਂ ਬਣਦਾ, ਜਿਹੜਾ ਕਿਉਂਕਿ ਦਮੇ ਤੋਂ ਅਗਲੀ ਸਟੇਜ ਕਿਹਾ ਜਾਂਦਾ ਵੀ ਨਮੂਨੀਆ ਦੇ ਵਿੱਚ ਆ ਜਾਂਦੀ ਹੈਗੀ, ਉਹ ਕਿਵੇਂ ਥੋੜ੍ਹਾ ਜਿਹਾ ਉਹ ਵੀ ਸਮਝਾ ਦਿਓ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਕੇ ਕੀ ਬੋਡੀ ਦਾ ਸੱਤਿਆਨਾਸ਼ ਮਾਰ ਲੈਂਦੇ। ਨਹੀਂ, ਇਸ ਮੈਂ ਕਰੈਕਟ ਕਰ ਦਿੰਦਾ, ਨਮੋਨੀਆ ਅਲੱਗ ਚੀਜ਼ ਆ। ਨਮੋਨੀਆ ਇੱਕ ਇਨਫੈਕਸ਼ਨ ਹੈ। ਨਮੋਨੀਆ ਜ਼ਰੂਰੀ ਨਹੀਂ ਕਿਸੇ ਨੂੰ ਦਮਾ ਹੋਇਆ ਤਾਂ ਹੀ ਹੋਏਗਾ। ਨਮੋਨੀਆ ਕਿਸੇ ਵੀ ਵਿਅਕਤੀ ਨੂੰ, ਬੱਚਿਆਂ ਨੂੰ ਵੀ ਹੋ ਜਾਂਦਾ। ਇਹ ਇਨਫੈਕਸ਼ਨ ਹੈ, ਫੇਫੜਿਆਂ ਦੇ ਵਿੱਚ ਇੱਕ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਆ, ਜਿਸ ਇੱਕਦਮ ਤੁਹਾਡੇ ਫੇਫੜੇ ਇਨਫੈਕਟ ਹੋ ਜਾਂਦੇ ਆ ਅਤੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਨਾਲ ਫਲੂਇਡ ਭਰ ਜਾਂਦਾ ਹੈਗਾ ਅਤੇ ਜਾਂ ਕਫ ਭਰ ਜਾਂਦਾ ਹੈਗਾ ਅਤੇ ਉਹਨਾਂ ਦੀ ਸਾਹ ਲੈਣ ਦੀ क्षमता ਘੱਟ ਜਾਂਦੀ ਹੈ। ਇਹ ਤਾਂ ਇੱਕ ਐਕਿਊਟ ਕੇਸ ਆ। ਉਸ ਕੇਸ ਦੇ ਵਿੱਚ ਤਾਂ ਐਲੋਪੈਥੀ ਦੇ ਵਿੱਚ ਇੱਦਾਂ ਟਰੀਟਮੈਂਟ ਲਿੱਤਾ ਜਾਂਦਾ ਹੈਗਾ ਤਾਂ ਕਿ ਉਸ 'ਚੋਂ ਬਾਹਰ ਨਿਕਲ ਸਕੇ। ਜਿਹੜਾ ਦਮਾ ਹੈ, ਐਸਥਮਾ ਹੈ, ਇਹ ਕਰੋਨਿਕ ਡਿਸਆਰਡਰ ਹੈ, ਜਿਹੜਾ ਕਿ ਲੰਬੀ ਬਿਮਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਦਵਾਈ ਖਾ ਰਿਹਾ ਹੈ, ਫਿਰ ਥੋੜ੍ਹੀ ਦੇਰ ਲਈ ਦੱਬ ਜਾਂਦੀ ਹੈ, ਫਿਰ ਹੋ ਜਾਂਦਾ, ਬਾਰ-ਬਾਰ ਉਸ ਤੋਂ ਪਰੇਸ਼ਾਨ ਹੁੰਦਾ ਰਹਿੰਦਾ ਹੈਗਾ। ਹੁਣ ਉਸ ਕੇਸ 'ਚ ਆਯੁਰਵੇਦ ਬੈਸਟ ਹੈਗਾ ਜੀ। ਅਤੇ ਮੰਨ ਲਓ ਵੀ ਇੱਕ ਬੰਦਾ ਜਿਹੜਾ ਸਾਰੇ ਪਾਸੋਂ ਪਹਿਲਾਂ ਉਹਨੇ ਆਪਣਾ ਛੱਕਾਂ ਜ਼ੁਕਾਮ ਜਿਹੜੀਆਂ ਸੈਟਰੀਨ ਅਤੇ ਹੋਰ ਪੁੱਠੀਆਂ ਸਿੱਧੀਆਂ ਦਵਾਈਆਂ ਖਾ ਕੇ ਉਹਨੇ ਸੱਤਿਆਨਾਸ਼ ਮਾਰ ਕੇ ਆਪਣਾ ਚੰਗੀ ਤਰ੍ਹਾਂ ਹਾਰ ਸ਼ਿੰਗਾਰ ਕੇ ਦਮਾ ਬਣਾ ਲਿਆ, ਅਤੇ ਦਮਾ ਬਣਾਉਣ ਤੋਂ ਬਾਅਦ ਫਿਰ ਉਹ ਇਨਹੇਲਰ ਲੈ ਰਿਹਾ, ਪੰਪ ਲੈ ਰਿਹਾ, ਹੋਰ ਬੜੇ ਕੁਛ ਲੈ ਰਿਹਾ, ਦਵਾਈਆਂ ਲੈ ਰਿਹਾ, ਉਹਦੇ ਨਾਲ ਵੀ ਉਹਨੂੰ ਫਰਕ ਨਹੀਂ ਪੈ ਰਿਹਾ। ਹਾਲਾਤ ਜਿਹੜੇ ਇੱਕ ਦਿਨ ਇਹੋ ਜਿਹੇ ਪਹੁੰਚ ਜਾਂਦੇ ਨੇ ਕਿ ਸੜਕ 'ਤੇ ਉਹਨੂੰ ਦਮੇ ਦਾ ਅਟੈਕ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਹ ਡਰ ਜਾਂਦਾ ਵੀ ਹੁਣ ਯਾਰ ਜੇ ਅੱਜ ਜੇ ਆਹ ਨਾ ਕਰਦਾ ਤਾਂ ਮੈਂ ਤਾਂ ਗਿਆ ਸੀ। ਉਸ ਤੋਂ ਉਹਨਾਂ ਹਾਲਾਤਾਂ 'ਚ ਉਹ ਰੈਮਡੀ ਲੱਭ ਰਿਹਾ ਕੋਈ ਨਾ ਕੋਈ, ਵੀ ਕੁਛ ਨਾ ਕੁਛ ਕਰੇ ਵੀ ਕਿੱਥੋਂ ਆਪਾਂ ਇਹਦਾ ਇਲਾਜ ਕਰਵਾਈਏ। ਤਾਂ ਫਿਰ ਅਜਿਹੇ ਵਿੱਚ ਤੁਹਾਡੇ ਕੋਲ ਕੀ ਸਲਿਊਸ਼ਨਸ ਹੈਗੇ ਨੇ? ਕਿਤੋਂ ਤੁਸੀਂ ਦੱਸਿਆ ਪੰਚਕਰਮਾ, ਕੀ ਤੁਹਾਡੇ ਕੋਲ ਕੁਛ ਇਸ ਤਰ੍ਹਾਂ ਦੀਆਂ ਮੈਡੀਸਨਸ ਵੀ ਹੈਗੀਆਂ ਨੇ ਜਿਹਦੇ ਨਾਲ ਜਿਹੜਾ ਉਹ ਕਰਦੀਆਂ ਨੇ ਇਲਾਜ, ਅਤੇ ਜੇ ਕਰਦੀਆਂ ਨੇ ਇਲਾਜ ਤਾਂ ਉਹ ਕਿੰਨੀ ਦੇਰ ਦੇ ਵਿੱਚ ਪੁਰਾਣੇ ਤੋਂ ਪੁਰਾਣਾ ਜਿਹੜਾ ਦਮਾ ਵੀ ਉਹ ਠੀਕ ਕਰ ਸਕਦੀ? ਦੇਖੋ, ਜਿਹੜੀ ਤੁਸੀਂ ਉਹ ਗੱਲ ਦੱਸੀ ਉਹਦੇ ਵਿੱਚ ਕੀ ਹੁੰਦਾ, ਐਸਥਮਾ ਦੇ ਪੇਸ਼ੈਂਟਸ ਜਿੰਨੇ ਵੀ ਸਫਰ ਕਰ ਰਹੇ ਉਹ ਜਾਣਦੇ ਆ ਇਸ ਗੱਲ ਨੂੰ ਕਿ ਉਹਨਾਂ ਨੂੰ ਕਦੇ ਸੀਵੀਅਰ ਅਟੈਕ ਆਉਂਦੇ ਹੈਗੇ। ਇਸੇ ਲਈ ਹੀ ਉਹ ਆਪਣੇ ਨਾਲ ਉਹ ਪੰਪ ਜਿਹੜਾ ਹੁੰਦਾ ਇਨਹੇਲਰ ਉਹਨੂੰ ਯੂਜ਼ ਕਰਦੇ ਆ। ਐਮਰਜੈਂਸੀ ਲਈ ਤਾਂ ਉਹ ਵਰਤਣਾ ਹੀ ਪਏਗਾ ਤੁਹਾਨੂੰ, ਬਟ ਜਦ ਤੁਸੀਂ ਆਯੁਰਵੇਦ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੰਦੇ ਹੋ ਤਾਂ ਉਸ ਦੀ ਲੈਣ ਦੀ ਡਿਊਰੇਸ਼ਨ ਘੱਟਦੀ ਜਾਏਗੀ ਹੌਲੀ ਹੌਲੀ। ਫਰਜ਼ ਕਰੋ ਕੋਈ ਬੰਦਾ 10 ਵਾਰ ਦਿਨ ਦੇ ਵਿੱਚ ਉਹਨੂੰ ਲੈਣਾ ਪੈਂਦਾ, ਤਾਂ ਹੌਲੀ ਹੌਲੀ ਜਿੱਦਾਂ ਸਾਡਾ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੰਦਾ ਤਾਂ ਉਹ ਘਟਦੇ ਇੱਕ ਵਾਰ ਆਪਾਂ ਉਸ ਤੋਂ ਬਾਹਰ ਨਿਕਲਦੇ ਹਾਂ ਹੌਲੀ ਹੌਲੀ। ਹਾਂਜੀ, ਅਤੇ ਰਹੀ ਗੱਲ ਟਰੀਟਮੈਂਟ ਦੀ, ਹਰ ਵਿਅਕਤੀ ਦਾ ਚੈੱਕਅਪ
ਕਰਨ ਤੋਂ ਬਾਅਦ ਹੀ ਡਿਸਾਈਡ ਕੀਤਾ ਜਾਂਦਾ ਕਿੱਦਾਂ ਟ੍ਰੀਟਮੈਂਟ ਹੁੰਦਾ। ਪਰ ਇਸ 'ਚ ਦੋ ਤਰ੍ਹਾਂ ਦਾ ਮੇਨ ਹੁੰਦਾ, ਸੰਸ਼ੋਧਨ ਅਤੇ ਸੰਸ਼ਮਨ। ਸੰਸ਼ੋਧਨ ਦਾ ਭਾਵ ਇਹ ਆ ਵੀ ਡੀਟੌਕਸ ਕਰ ਦਿੱਤਾ ਜਾਂਦਾ, ਉਸ ਦੇ ਵਿੱਚ ਪੰਚਕਰਮਾ ਦੀ ਚਿਕਿਤਸਾ ਹੁੰਦੀ ਆ। ਪੰਚਕਰਮਾ ਦੇ ਵਿੱਚ ਕੀ ਹੁੰਦਾ, ਕਿਉਂਕਿ ਜਿਹੜਾ ਇਹ ਸ਼ਵਾਸ ਹੈ ਜਾਂ ਅਸਥਮਾ ਹੈ, ਇਹਦੇ ਵਿੱਚ ਵਾਤ ਅਤੇ ਕਫ ਦੀ ਬਹੁਤ ਪ੍ਰਧਾਨਤਾ ਮੰਨੀ ਜਾਂਦੀ ਆ ਵੀ ਵਾਤ ਅਤੇ ਕਫ ਜਿਹੜੇ ਆ ਇਹ ਬਲੋਕੇਜ ਕਰ ਦਿੰਦੇ ਹੈਗੇ ਆ, ਜਿਸ ਕਰ ਕਫ ਦਾ ਕੀ ਕੰਮ ਹੈ, ਰੋਕ ਲਾਉਣਾ। ਉਹ ਰੋਕ ਲਾ ਦਿੰਦੇ, ਜਿਹਦੇ ਕਰਕੇ ਬੰਦੇ ਨੂੰ ਸਾਹ ਨਹੀਂ ਆਉਂਦਾ ਹੈਗਾ, ਪਰੇਸ਼ਾਨੀ ਹੁੰਦੀ ਹੈਗੀ ਆ। ਤਾਂ ਅਤੇ ਉਹਦੇ ਕਰਕੇ ਜਿਹੜੇ ਪ੍ਰਾਣਵੇ ਸਰੋਤਸ ਮੰਨੇ ਜਾਂਦੇ ਆ ਉਹ ਬੰਦ ਹੋ ਜਾਂਦੇ ਆ। ਜਦ ਆਪਾਂ ਉਹਨਾਂ ਨੂੰ ਖੋਲਾਂਗੇ ਤਾਂ ਹੀ ਆ ਬੰਦੇ ਦੇ ਸਾਹ ਵਧੀਆ ਆਏਗਾ। ਹੁਣ ਉਸ ਕੇਸ ਦੇ ਵਿੱਚ ਅਸੀਂ ਪੰਚਕਰਮਾ ਦੇ ਵਿੱਚ ਬੰਦੇ ਦੀ ਵਮਨ ਦੀ ਚਿਕਿਤਸਾ ਕਰਦੇ ਹਾਂ, ਸਨੇਹਨ ਦੀ ਚਿਕਿਤਸਾ ਕਰਦੇ ਹਾਂ। ਸਨੇਹਨ ਦੇ ਵਿੱਚ ਕੀ ਹੈ ਕਿ ਉਸਨੂੰ ਘੀ ਦਿੱਤੇ ਜਾਂਦੇ ਤਾਂ ਕਿ ਉਹ ਇੱਕ ਵਾਰ ਸੌਫਟਨਿੰਗ ਹੋ ਜੇ ਤੁਹਾਡੀ ਉਸਦੀ, ਫਿਰ ਉਸ ਤੋਂ ਬਾਅਦ ਉਹਨੂੰ ਵਮਨ ਕਰਾਇਆ ਜਾਂਦਾ। ਵਮਨ ਦੇ ਵਿੱਚ ਕੀ ਕਰਦੇ ਹਾਂ ਅਸੀਂ, ਉਸ ਤੋਂ ਇੱਕ ਤਰ੍ਹਾਂ ਨਾਲ ਉਹਨੂੰ ਬਾਹਰ ਕੱਢਿਆ ਜਾਂਦਾ, ਵੋਮਿਟਿੰਗ ਆਪਾਂ ਸਿੰਪਲ ਭਾਸ਼ਾ 'ਚ ਜੇ ਉਹਨੂੰ ਕਹਿ ਦਈਏ, ਵੋਮਿਟ ਦੇ ਰਸਤੇ ਉਸ ਦੋਸ਼ ਨੂੰ ਬਾਹਰ ਕੱਢਿਆ ਜਾਂਦਾ ਜਿਹੜਾ ਕਿ ਅੰਦਰ ਬਲੋਕੇਜ ਕਰ ਰਿਹਾ। ਜਦੋਂ ਬਾਹਰ ਨਿਕਲਦਾ ਹੈਗਾ, ਕਫ ਬਾਹਰ ਨਿਕਲ ਗਿਆ ਤਾਂ ਤੁਹਾਨੂੰ ਬੈਟਰ ਫੀਲ ਹੁੰਦਾ ਹੈਗਾ ਉਸ। ਅਤੇ ਇਹ ਤਾਂ ਹੋ ਗਈ ਪੰਚਕਰਮਾ ਚਿਕਿਤਸਾ, ਇਸ ਦੇ ਵਿੱਚ ਡੀਟੌਕਸ ਕੀਤਾ ਜਾਂਦਾ ਹੈਗਾ ਬਾਡੀ ਨੂੰ। ਦੂਸਰੀ ਆ ਗਈ ਸੰਸ਼ਮਨ ਚਿਕਿਤਸਾ, ਜਿਹਦੇ ਵਿੱਚ ਅਸੀਂ ਦਵਾਈਆਂ ਦਿੱਤੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਇਮਿਊਨੋ ਮੋਡੂਲੇਟਰ ਡਰੱਗਸ ਹੈਗੀਆਂ ਵੀ ਤੁਹਾਡੀ ਜਿਹੜੀ ਇਮਿਊਨਿਟੀ ਆ ਉਹ ਅਸੀਂ ਉਸ ਲੈਵਲ 'ਤੇ ਪਹੁੰਚਾਉਣੀ ਆ ਵੀ ਤੁਹਾਨੂੰ ਦਿੱਕਤ ਹੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ। ਤੁਸੀਂ ਕਿਸੇ ਵੀ ਤਰ੍ਹਾਂ ਦੇ ਇਨਵਾਇਰਮੈਂਟ 'ਚ ਖੜ੍ਹੇ ਹੋ, ਗਰਮੀ 'ਚੋਂ ਸਰਦੀ 'ਚੋਂ, ਤੁਹਾਨੂੰ ਕੋਈ ਫਰਕ ਹੀ ਨਹੀਂ ਪਏਗਾ। ਅਤੇ ਨਾਲ ਤੁਹਾਨੂੰ ਐਸੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਜਿਹੜੀਆਂ ਤੁਹਾਡੇ ਫੇਫੜਿਆਂ ਨੂੰ ਡੀਟੌਕਸ ਕਰਦੀਆਂ ਨੇ। ਜੋ ਪਹਿਲਾਂ ਦਾ ਐਕੂਮੂਲੇਟਡ ਹੈਗਾ ਉਹਨੂੰ ਵੀ ਤਾਂ ਆਪਾਂ ਕਲੀਨ ਕਰਨਾ ਹੈਗਾ, ਕਿਉਂਕਿ ਉੱਥੇ ਪਿਆ ਤੁਹਾਨੂੰ ਕੋਈ ਨਾ ਕੋਈ ਪਰੇਸ਼ਾਨੀ ਇਨ ਫਿਊਚਰ ਲਈ ਵੀ ਦੇ ਸਕਦਾ। ਤਾਂ ਉਸ ਕੇਸ 'ਚ ਲੰਗਸ ਡੀਟੌਕਸ ਸਾਡੇ ਕੋਲ ਮੈਡੀਸਨਸ ਹੈਗੀਆਂ ਨੇ, ਉਹ ਲੈ ਸਕਦੇ ਹਾਂ। ਇਮਿਊਨ ਅਪ ਸਾਡੇ ਕੋਲ ਹੈਗੀ ਆ ਮੈਡੀਸਨ, ਉਹਦੇ ਨਾਲ ਇਮਿਊਨਿਟੀ ਵੱਧਦੀ ਹੈਗੀ ਆ। ਸ਼ਵਾਸ ਕੈਪਸੂਲ ਹੈਗੇ ਆ, ਜਿਨ੍ਹਾਂ ਦੇ ਨਾਲ ਤੁਹਾਡਾ ਜਿਹੜਾ ਅੰਦਰ ਸਾਹ ਲੈਣ ਦੀ ਜਿਹੜੀ ਦਿੱਕਤ ਆ ਰਹੀ ਹੁੰਦੀ ਆ ਉਹ ਵਧੀਆ ਠੀਕ ਹੋ ਜਾਂਦੀ ਹੈਗੀ ਆ। ਤਾਂ ਇਹ ਮੈਡੀਸਨ ਸਾਡੇ ਕੋਲ ਉਪਲਬਧ ਹੈ, ਜਿਨ੍ਹਾਂ ਨਾਲ ਕਿ ਜਿਹੜਾ ਰੋਗ ਹੈ ਪੁਰਾਣਾ ਤੋਂ ਪੁਰਾਣਾ ਅਸਥਮਾ ਉਹ ਠੀਕ ਹੁੰਦਾ। ਬਾਕੀ ਮੰਨ ਕੇ ਚਲੋ 3-4 ਮਹੀਨੇ ਤਾਂ ਘੱਟੋ ਘੱਟ ਲੱਗਦੇ ਹੈਗੇ ਆ, ਬਟ ਫਰਕ ਜਿਹੜਾ ਮਰੀਜ਼ ਨੂੰ ਪਹਿਲੇ ਮਹੀਨੇ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਅਤੇ ਉਸਦੀ ਜਿਹੜੀ ਐਲੋਪੈਥੀ ਦਵਾਈਆਂ ਹੌਲੀ ਹੌਲੀ ਘਟਦੀਆਂ ਜਾਂਦੀਆਂ ਨੇ। 3-4 ਮਹੀਨੇ ਦੇ ਵਿੱਚ ਜਦੋਂ ਇਹ ਰਿਕਵਰੀ ਦੇ ਵਿੱਚ ਆ ਜਾਂਦਾ ਬੰਦਾ, ਰਿਕਵਰ ਹੋਣ ਤੋਂ ਬਾਅਦ ਦੁਬਾਰਾ ਤਾਂ ਨਹੀਂ ਕੋਈ, ਜਿੱਦਾਂ ਆਪਾਂ ਐਲੋਪੈਥੀ ਦੇ ਵਿੱਚ ਆਪਾਂ ਲੈ ਲੈਂਦੇ ਹਾਂ, ਦੁਬਾਰਾ ਪ੍ਰੋਬਲਮ ਆ ਜਾਂਦੀ ਹੈ, ਲੈ ਲੈਂਦੇ ਹਾਂ, ਫਿਰ ਦੁਬਾਰਾ ਪ੍ਰੋਬਲਮ, ਇਹ ਦੁਬਾਰਾ ਤਾਂ ਨਹੀਂ ਆਉਂਦੀ ਫਿਰ ਜੀ? ਸਰ ਦੁਬਾਰਾ ਬਿਲਕੁਲ ਨਹੀਂ ਆਉਂਦੀ, ਪਰ ਉਹੀ ਗੱਲ ਹੈ, ਰੋਗ ਦਾ ਕਾਰਨ ਜਿਹੜਾ ਹੈ ਉਹ ਦੁਬਾਰਾ ਨਹੀਂ ਆਉਣਾ ਚਾਹੀਦਾ। ਜੇ ਤੁਸੀਂ ਠੀਕ ਹੋਣ ਤੋਂ ਬਾਅਦ ਸੋਚਦੇ ਹੋ ਕਿ ਤੁਸੀਂ ਕੋਈ ਕੋਲਡ ਡਰਿੰਕਸ ਪੀਣੀਆਂ ਨੇ ਜਾਂ ਫਿਰ ਉਹੀ ਤੁਸੀਂ ਗਲਤ ਚੀਜ਼ਾਂ ਖਾਣੀਆਂ ਨੇ, ਤਾਂ ਫਿਰ ਉਹਨਾਂ ਤੋਂ ਤਾਂ ਆਪਾਂ ਨੂੰ ਬਚਣਾ ਪਏਗਾ, ਹੈ ਨਾ। ਜੇ ਤੁਸੀਂ ਆਪਣਾ ਆਹਾਰ ਵਿਹਾਰ ਬਿਲਕੁਲ ਠੀਕ ਰੱਖਦੇ ਹੋ, ਹੈਲਦੀ ਲਾਈਫ ਸਟਾਈਲ ਰੱਖਦੇ ਹੋ, ਠੀਕ ਹੋਣ ਤੋਂ ਬਾਅਦ ਕੋਈ ਸਵਾਲ ਹੀ ਨਹੀਂ ਕਿ ਤੁਹਾਨੂੰ ਕੋਈ ਪ੍ਰੋਬਲਮ ਦੁਬਾਰਾ ਹੋਵੇ। ਨਾਲ ਯੋਗਾ ਪ੍ਰਾਣਾਯਾਮ ਕਰਦੇ ਰਹੋ, ਤਾਂ ਕਿ ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਹੋਈ ਹੁੰਦੀ ਹੈ ਨਾ, ਉਹਨਾਂ ਦੇ ਲੰਗਸ ਥੋੜ੍ਹੇ ਵੀਕ ਹੋ ਗਏ ਹੁੰਦੇ ਆ ਆਮ ਬੰਦੇ ਨਾਲ, ਤਾਂ ਉਹ ਜਿਹੜੀ ਤਾਕਤ ਹੈ ਉਹ ਤੁਹਾਡੀ ਯੋਗ ਔਰ ਪ੍ਰਾਣਾਯਾਮ ਨਾਲ ਆਏਗੀ। ਨਾਲ ਅਸੀਂ ਡਾਈਟ ਵੀ ਅੱਛੀ ਦੱਸਦੇ ਹੈਗੇ ਵੀ ਤੁਸੀਂ ਉਸ ਕੇਸ 'ਚ ਡਾਈਟ ਕਿੱਦਾਂ ਦੀ ਖਾਣੀ ਹੈਗੀ। ਉਹ ਸਪੈਸੀਫਿਕ ਡਾਈਟ ਹੁੰਦੀ ਆ ਹਰ ਮਰੀਜ਼ ਦੇ ਅਕੋਰਡਿੰਗ, ਉਹਦੇ ਵਜਨ ਦੇ ਅਕੋਰਡਿੰਗ ਅਤੇ ਉਹਦੀ ਉਮਰ ਦੇ ਅਕੋਰਡਿੰਗ ਹੁੰਦੀ ਆ। ਅਤੇ ਉਹ ਜਦ ਬੰਦਾ ਪ੍ਰੋਪਰਲੀ ਉਹਨੂੰ ਫੋਲੋ ਕਰੇਗਾ, ਉਹਦੀ ਹੈਲਥ ਅੱਛੀ ਹੋਏਗੀ। ਅਤੇ ਨਾ ਸਿਰਫ ਸਾਹ ਦੇ ਉੱਤੇ, ਓਵਰਆਲ ਹੈਲਥ 'ਤੇ, ਜਿਵੇਂ ਆਪਾਂ ਬਿਮਾਰ ਪੈਂਦੇ ਹਾਂ ਤਾਂ ਉਹਦਾ ਅਸਰ ਸਾਰੇ ਸਰੀਰ 'ਤੇ ਹੁੰਦਾ, ਉਹ ਨਾ ਸਿਰਫ ਇਕੱਲੇ ਫੇਫੜਿਆਂ 'ਤੇ ਹੁੰਦਾ। ਉਹ ਬੰਦਾ ਵੈਸੇ ਵੀ ਵੀਕ ਰਹੇਗਾ, ਉਹਦਾ ਕੋਈ ਹੋਰ ਕੰਮ ਨਹੀਂ ਕਰ ਸਕਦਾ, ਕਿਸੇ ਵੀ ਐਮਰਜੈਂਸੀ ਕੰਡੀਸ਼ਨ 'ਚ ਕੰਪਰੋਮਾਈਜ਼ਡ ਹੀ ਰਹਿੰਦਾ ਹੈਗਾ। ਤਾਂ ਤੁਹਾਡੀ ਓਵਰਆਲ ਹੈਲਥ, ਜਨਰਲ ਹੈਲਥ, ਮੈਂਟਲ ਹੈਲਥ, ਸਾਰੀਆਂ ਦੇ ਉੱਤੇ ਤੁਹਾਨੂੰ ਲਾਭ ਮਿਲਦਾ ਹੈਗਾ ਉਸ ਚੀਜ਼ ਦਾ। ਸੋ ਚਲੋ ਤੁਸੀਂ ਇਹ ਦੱਸਿਆ ਹੈਗਾ ਵੀ ਇਹ 3-4 ਮਹੀਨੇ ਦੇ ਵਿੱਚ ਕਵਰ ਜਦੋਂ ਬੰਦਾ ਹੋ ਜਾਂਦਾ, ਜਦੋਂ ਇਹ ਬੰਦਾ ਕਵਰ, ਤੁਸੀਂ ਕਹਿੰਦੇ ਵੀ ਸ਼ਰਤ ਇਹ ਹੈ ਕਿ ਕਾਰਨ ਜਿਹੜਾ ਉਹ ਦੁਬਾਰਾ ਨਹੀਂ ਆਉਣਾ ਚਾਹੀਦਾ। ਇਹਦੇ ਵਿੱਚ ਫਿਰ ਪ੍ਰੀਕੋਸ਼ਨਸ ਕੀ ਰੱਖਣੀਆਂ ਪੈਣਗੀਆਂ ਸਾਨੂੰ, ਤਾਂ ਕਿ ਜਿਹੜਾ ਇਹ ਰੋਗ ਨਾ ਛਿੱਕਾਂ ਜ਼ੁਕਾਮ ਆਪਾਂ ਨੂੰ ਆਉਣ, ਨਾ ਆਪਾਂ ਨੂੰ ਉਹ ਅੱਗੇ ਪੰਗਾ ਲੈ ਕੇ ਆਪਾਂ ਦਵਾ ਬਣਾ ਲਈਏ? ਠੀਕ, ਦੇਖੋ ਜੀ, ਇਹਦੇ ਲਈ ਪਹਿਲਾਂ ਤਾਂ ਜਿਵੇਂ ਮੈਂ ਦੱਸਿਆ ਕਿ ਆਪਾਂ ਉੱਦਾਂ ਦੀਆਂ ਦਵਾਈਆਂ ਲਈਏ, ਉੱਦਾਂ ਦਾ ਪਹਿਲਾਂ ਪ੍ਰੋਪਰ ਟਰੀਟਮੈਂਟ ਕਰਾਈਏ ਕਿ ਤੁਸੀਂ ਪਹਿਲਾਂ ਪੂਰੀ ਤਰ੍ਹਾਂ ਠੀਕ ਹੋ ਜਾਓ। ਜਾਂ ਠੀਕ ਹੋ ਗਏ ਉਸ ਤੋਂ ਬਾਅਦ ਵੀ ਅਸੀਂ ਇੱਦਾਂ ਨਹੀਂ ਕਿ ਬੰਦੇ ਨੂੰ ਛੱਡ ਦਿੰਦੇ ਹਾਂ, ਉਹ ਸਾਡੇ ਨਾਲ ਕਦੇ ਵੀ ਸੰਪਰਕ ਕਰ ਸਕਦਾ ਹੈਗਾ। ਜੇ ਉਹਨੂੰ ਬਾਅਦ 'ਚ ਵੀ ਕੋਈ ਦਿੱਕਤ ਆਉਂਦੀ ਆ, ਉਹ ਮੇਰੇ ਨਾਲ ਸੰਪਰਕ ਕਰ ਸਕਦਾ। ਅਸੀਂ ਉਹਨੂੰ ਪਹਿਲਾਂ ਤਾਂ ਡਾਈਟ ਦੱਸਦੇ ਹਾਂ, ਕਿਉਂਕਿ ਸਭ ਤੋਂ ਵੱਡੀ ਔਸ਼ਧ ਤੁਹਾਡਾ ਆਹਾਰ ਹੀ ਹੁੰਦਾ। ਜੇ ਤੁਹਾਡਾ ਆਹਾਰ ਅੱਛਾ ਹੈ, ਯਾਨੀ ਕਿ ਭੋਜਨ ਅੱਛਾ ਹੈ, ਤਾਂ ਤੁਹਾਨੂੰ ਅੱਗੇ ਇੱਦਾਂ ਦੀਆਂ ਸਮੱਸਿਆਵਾਂ ਨਹੀਂ ਆਉਣਗੀਆਂ। ਫਿਰ ਉਹਦੇ ਵਿੱਚ ਕੀ ਖਾਣਾ ਚਾਹੀਦਾ ਹੈਗਾ, ਉਹਨੂੰ ਦੱਸਦੇ ਹਾਂ ਕਿ ਵੀ ਤੁਸੀਂ ਮੈਦੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਬਹੁਤੀਆਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ, ਜੰਕ ਫੂਡ ਨਹੀਂ ਖਾਣਾ, ਅਤੇ ਐਕਸੈਸਿਵ ਜਿਹੜੀਆਂ ਐਕਸਟ੍ਰੀਮਲੀ ਕੋਲਡ ਚੀਜ਼ਾਂ ਹੈਗੀਆਂ ਵੀ ਜਿੱਦਾਂ ਕੋਲਡ ਡਰਿੰਕਸ ਹੋ ਗਈਆਂ, ਆਈਸਕ੍ਰੀਮਸ ਹੋ ਗਈਆਂ, ਇਹ ਚੀਜ਼ਾਂ ਨਹੀਂ ਖਾਣੀਆਂ। ਹੈਲਦੀ ਜੋ ਚੀਜ਼ਾਂ ਫੇਫੜਿਆਂ ਲਈ ਆ, ਓਵਰਆਲ ਇਮਿਊਨਿਟੀ ਲਈ ਹੈਗੀਆਂ, ਉਹ ਬਹੁਤ ਅੱਛੀਆਂ ਚੀਜ਼ਾਂ ਹੈਗੀਆਂ ਜੋ ਕਿ ਟੇਸਟੀ ਵੀ ਨੇ, ਉਹਨਾਂ ਨੂੰ ਖਾ ਸਕਦੇ ਹਾਂ ਆਪਾਂ।
ਠੀਕ ਹੈ। ਇੱਦਾਂ ਤੁਸੀਂ ਗ੍ਰੀਨ ਟੀ ਲੈ ਸਕਦੇ ਹੋ, ਤੁਲਸੀ ਦਾ ਕਾੜਾ ਲੈ ਸਕਦੇ ਹੋ, ਸੂਪ ਲੈ ਸਕਦੇ ਹੋ, ਅਦਰਕ ਲਸਣ ਦਾ ਸੂਪ ਲੈ ਸਕਦੇ ਹੋ ਸਰਦੀਆਂ ਦੇ ਵਿੱਚ। ਜਿਹੜੇ ਨਾਨ ਵੈਜੀਟੇਰੀਅਨਸ ਹੈਗੇ ਆ ਉਹ ਬੋਨ ਬਰੋਥ ਲੈ ਸਕਦੇ ਹੈਗੇ ਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਇਮਿਊਨਿਟੀ ਵੀ ਬੂਸਟ ਕਰਦੀਆਂ, ਤੁਹਾਨੂੰ ਟੇਸਟੀ ਵੀ ਰੱਖਦੀਆਂ ਅੱਗੇ ਤੁਹਾਡੇ ਫੂਡ ਨੂੰ। ਅਤੇ ਸੈਕੰਡਲੀ ਹੈਲਦੀ ਲਾਈਫ ਸਟਾਈਲ ਵੀ, ਤੁਸੀਂ ਆਪਣੇ ਆਪ ਨੂੰ ਸੈਡੈਂਟਰੀ ਲਾਈਫ ਸਟਾਈਲ 'ਚ ਨਹੀਂ ਪਾਉਣਾ ਵੀ ਪਏ ਰਹੋ। ਜਿੰਨਾ ਆਪਾਂ ਪਏ ਰਹਾਂਗੇ ਨਾ, ਸਾਡੀ ਇਮਿਊਨਿਟੀ ਓਨੀ ਘਟਦੀ ਜਾਂਦੀ ਹੈ। ਸਰੀਰ ਦੀ ਜਿਹੜੀ ਤਾਕਤ ਹੈ ਉਹ ਜਿੰਨਾ ਅਸੀਂ ਇਹਨੂੰ ਯੂਜ਼ ਕਰਾਂਗੇ ਓਨੀ ਵਧੇਗੀ। ਤਾਂ ਤੁਸੀਂ ਇੱਕ ਜਿਹੜੀ ਆਪਣਾ ਸਰੀਰ ਨਾ ਪੰਚ ਮਹਾਭੂਤ ਤੋਂ ਬਣਿਆ ਹੋਇਆ, ਸਾਡੇ ਦੱਸਿਆ ਜਾਂਦਾ। ਪੰਚ ਮਹਾਭੂਤ ਸਾਡੀ ਸਾਰੀ ਬਾਹਰ ਹੈਗੇ। ਹੁਣ ਅਸੀਂ ਆਪਣੇ ਆਪ ਨੂੰ ਏਸੀ ਕਮਰਿਆਂ ਦੇ ਵਿੱਚ ਅਤੇ ਹੀਟਰਾਂ ਦੇ ਨਾਲ ਬੰਦ ਕਰ ਲਿਆ ਹੋਇਆ। ਹੁਣ ਜਦ ਅਸੀਂ ਸ੍ਰਿਸ਼ਟੀ ਦੇ ਜਾਂ ਨੇਚਰ ਦੇ ਜਿੰਨਾ ਨੇੜੇ ਜਾਵਾਂਗੇ ਨਾ, ਇਹ ਸਾਨੂੰ ਓਨਾ ਹੀ ਪਿਆਰ ਕਰਦੀ ਹੈ। ਤੁਸੀਂ ਬਾਹਰ ਨਿਕਲੋ, ਪ੍ਰਾਣਾਯਾਮ ਕਰੋ, ਮਿੱਟੀ ਨੂੰ ਟੱਚ ਕਰੋ, ਹਵਾ ਪਾਣੀ ਨੂੰ ਟੱਚ ਕਰੋ, ਇਹ ਤੁਹਾਨੂੰ ਹੀਲ ਕਰਨਗੇ। ਜਿੰਨਾ ਤੁਸੀਂ ਇਹਨਾਂ ਤੋਂ ਦੂਰ ਦੂਰ ਜਾਓਗੇ ਓਨੀ ਤੁਹਾਨੂੰ ਐਲਰਜੀ ਡਿਵੈਲਪ ਹੋਏਗੀ, ਕਿਉਂਕਿ ਫਿਰ ਤੁਹਾਡਾ ਸਰੀਰ ਉਹਨੂੰ ਪਛਾਣ ਨਹੀਂ ਪਾਏਗਾ ਵੀ ਆਹ ਕਿਹੜੀ ਚੀਜ਼ ਆ ਗਈ। ਕਈਆਂ ਨੂੰ ਪੋਲਨ ਤੋਂ ਹੋ ਰਹੀ ਆ, ਵੀ ਫੁੱਲਾਂ ਵੀ ਕਿਸੇ ਨੂੰ ਜਿੱਦਾਂ ਕੋਈ ਫੁੱਲਾਂ ਦਾ ਸੀਜ਼ਨ ਆਉਂਦਾ ਹੈਗਾ, ਪੋਲਨ ਤੋਂ ਐਲਰਜੀ ਹੋ ਰਹੀ ਹੈਗੀ। ਆਪਾਂ ਯੋਗ ਪ੍ਰਾਣਾਯਾਮ ਕਰਨ ਨਾਲ ਤੁਹਾਡੀ ਇਮਿਊਨਿਟੀ ਉਸ ਲੈਵਲ 'ਤੇ ਪਹੁੰਚੇਗੀ, ਕੋਈ ਦਿੱਕਤ ਨਹੀਂ ਹੈਗੀ। ਬਾਕੀ ਜਿਵੇਂ ਮੈਂ ਦੱਸਿਆ ਕਿ ਗਾਂ ਦਾ ਘੀ ਲਗਾਓ ਨੱਕ ਵਿੱਚ, ਅਤੇ ਸਟੀਮ ਲਵੋ। ਜੇ ਕੋਈ ਜ਼ਿਆਦਾ ਅਸਥਮਾ ਹੋ ਰਿਹਾ, ਤਿਲਾਂ ਦੇ ਤੇਲ ਦੀ ਛਾਤੀ 'ਤੇ ਮਾਲਿਸ਼ ਕਰੋ। ਜਿਹੜੀ ਅਦਰਕ ਵੀ ਬਹੁਤ ਅੱਛਾ ਹੈਗਾ ਇਹਦੇ ਵਿੱਚ। ਅਦਰਕ ਵੀ ਜਿਹੜਾ ਰੇਸ਼ੇ ਨੂੰ ਕੱਟਦਾ ਹੈਗਾ। ਅਦਰਕ ਚਬਾ ਕੇ ਵੀ ਲੈ ਸਕਦੇ ਹੋ, ਜਾਂ ਉਹਨੂੰ ਜਿੱਦਾਂ ਆਪਾਂ ਸਿੰਪਲ ਉਹਦਾ ਕਾੜਾ ਬੋਇਲ ਕਰਕੇ ਕਾੜਾ ਵੀ ਪੀ ਸਕਦੇ ਹੈਗੇ ਆ। ਅਤੇ ਜਿਵੇਂ ਮੈਂ ਸਿੰਗਲ ਡਰੱਗਸ ਦੱਸੀਆਂ, ਪਿੱਪਲੀ, ਕਾਲੀ ਮਿਰਚ ਹੋ ਗਈ, ਵਾਸਾ ਹੋ ਗਈ, ਇਹਨਾਂ ਚੀਜ਼, ਤੁਲਸੀ ਹੋ ਗਈ, ਇਹਨਾਂ ਨੂੰ ਫੋਲੋ ਕਰੋ। ਤਾਂ ਉਹਦੇ ਨਾਲ ਵੀ ਤੁਹਾਡੀ ਅੱਗੇ ਵੀ ਮਤਲਬ ਇਲਾਜ ਖਤਮ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਤੁਸੀਂ ਕੰਟੀਨਿਊ ਰੱਖਣਾ ਹੈਗਾ। ਤਾਂ ਉਹਦੇ ਨਾਲ ਤੁਹਾਨੂੰ ਕਾਫੀ ਰਿਲੀਫ ਮਿਲੇਗਾ। ਈਵਨ ਕਿ ਜਿਵੇਂ ਵਿੰਟਰਸ ਆ ਗਈਆਂ ਜਾਂ ਇੱਦਾਂ ਦਾ, ਜਿੱਦਾਂ ਪੰਜਾਬ 'ਚ ਤਾਂ ਪਰਾਲੀ ਦਾ ਸੀਜ਼ਨ ਆਉਂਦਾ ਹੈਗਾ, ਉਸ ਵੇਲੇ ਆਪਾਂ ਤਾਂ ਚੰਗੇ ਭਲੇ ਬੰਦੇ ਨੂੰ ਵੀ ਇਹ ਚੀਜ਼ ਹੋ ਜਾਂਦੀ ਹੈ। ਉਸ ਵੇਲੇ ਜੇ ਤੁਸੀਂ ਇਹ ਚੀਜ਼ਾਂ ਪਹਿਲਾਂ ਹੀ ਫੋਲੋ ਕਰਨੀਆਂ ਸ਼ੁਰੂ ਕਰ ਦਿਓ, ਸਟੀਮ ਲੈਣੀਆਂ ਸ਼ੁਰੂ ਕਰ ਦਿਓ, ਅਤੇ ਜੇ ਕਿਤੇ ਬੜੀ ਹੀ ਐਕਸੈਸਿਵ ਕਿਤੇ ਪੋਲਿਊਸ਼ਨ ਹੈ ਜਾਂ ਜਿੱਦਾਂ ਕੈਮੀਕਲਸ ਹੈ, ਤਾਂ ਉੱਥੇ ਤੁਸੀਂ ਮਾਸਕ ਵਗੈਰਾ ਲਗਾ ਕੇ ਰੱਖੋ, ਕਿ ਹੁਣ ਉੱਥੇ ਤਾਂ ਫਿਰ ਤੁਹਾਨੂੰ ਕੋਈ ਨਾ ਕੋਈ ਮਕੈਨੀਕਲ ਬੈਰੀਅਰ ਚਾਹੀਦਾ ਹੈਗਾ। ਤਾਂ ਉਸ ਵੇਲੇ ਇੱਦਾਂ ਕਰਨ ਨਾਲ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹੋ ਅਤੇ ਇੱਕ ਹੈਲਦੀ ਲਾਈਫ ਸਟਾਈਲ ਜੀ ਸਕਦੇ ਹੋ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਤੇ ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਪਸੰਦ ਆਈ ਹੋਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਬਹੁਤ ਬਹੁਤ। ਸੋ ਇਹ ਸਨ ਡਾਕਟਰ ਨਵਦੀਪ ਸਿੰਘ ਠਾਕੁਰ। ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਛੋਟੀ ਜਿਹੀ ਗਲਤੀ ਸਾਡੀ, ਜਾਂ ਇਹ ਲੈ ਲਓ ਵੀ ਆਪਣੇ ਕੋਲ ਸਮਾਂ ਨਹੀਂ ਹੈਗਾ ਉਸ ਬਿਮਾਰੀ ਦੇ ਨਾਲ ਥੋੜ੍ਹਾ ਲੰਮਾ ਸਮਾਂ ਡੀਲ ਕਰਨ ਦਾ। ਛਿੱਕਾਂ ਲੱਗ ਗਈਆਂ, ਜ਼ੁਕਾਮ ਲੱਗ ਗਿਆ, ਬੁਰਾ ਲੱਗਦਾ ਹੈ, ਅਗਲਾ ਕੋਈ ਦੇਖਣ ਵਾਲਾ ਕੀ ਕਹੇਗਾ, ਇਹ ਸੋਚ ਦੇ ਨਾਲ ਅਸੀਂ ਸੈਟਰੇਜਿਨ, ਲੀਵੋਸੈਟਰੇਜਿਨ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਦਵਾਈਆਂ ਆਪਾਂ ਅੰਦਰ ਲੈ ਲੈਂਦੇ ਹਾਂ, ਅਤੇ ਜਦੋਂ ਉਹ ਕੰਮ ਕਰਨੀਆਂ ਬੰਦ ਕਰ ਦਿੰਦੇ ਹਾਂ, ਫਿਰ ਆਪਾਂ ਆ ਜਾਂਦੇ ਹਾਂ ਜੀ ਸਟੀਰੋਇਡ ਅਤੇ ਬੈਟਨੀਸੋਲ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ ਆਪਾਂ ਲੈ ਲੈਂਦੇ ਹਾਂ। ਅਤੇ ਜਦੋਂ ਸਟੀਰੋਇਡ ਕੰਮ ਕਰਨੇ ਬੰਦ ਕਰ ਦਿੰਦੇ ਅਤੇ ਫਿਰ ਦਵਾਈ ਕਰਨੀ ਜਿਹੜੀ ਆ ਉਹ ਕੰਮ ਕਰਨੀ ਬੰਦ ਕਰ ਦਿੰਦੀ ਹੈ। ਉਹਨਾਂ ਹਾਲਾਤਾਂ 'ਚ ਫਿਰ ਅੱਗੇ ਚੱਲ ਕੇ ਫਿਰ ਉਹ ਰੂਪ ਜਿਹੜਾ ਫਿਰ ਉਹ ਦਮੇ ਦਾ ਧਾਰ ਕਰ ਲੈਂਦੀ ਹੈ, ਅਤੇ ਦਮ ਦੇ ਨਾਲ ਜਾਂਦਾ ਹੈ। ਅੱਜ ਇਹ ਗੱਲ ਜਿਹੜੀ ਆ ਡਾਕਟਰ ਨਵਦੀਪ ਸਿੰਘ ਠਾਕੁਰ ਨੇ ਜਿਹੜਾ ਉਹ ਗਲਤ ਸਾਬਤ ਕੀਤੀ ਹੈ ਵੀ ਦਮੇ ਨੂੰ ਵੀ ਅਸੀਂ ਜਿਹੜੀ ਆ ਬੜੀ ਜਲਦੀ ਕਿਉਰ ਕਰ ਸਕਦੇ ਹਾਂ, ਜੇਕਰ ਥੋੜ੍ਹੇ ਜਿਹੇ ਸੰਜਮ ਦੇ ਨਾਲ, ਥੋੜ੍ਹੇ ਜਿਹੇ ਤਰੀਕੇ ਦੇ ਨਾਲ, ਥੋੜ੍ਹੇ ਜਿਹੇ ਦੱਸੇ ਗਏ ਢੰਗ ਤਰੀਕਿਆਂ ਦੇ ਨਾਲ, ਕੀਤੇ ਗਏ ਪਰਹੇਜ਼ਾਂ ਦੇ ਨਾਲ ਅਸੀਂ ਚੱਲਾਂਗੇ, ਅਤੇ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਵੱਡੀ ਤੋਂ ਵੱਡੀ ਬਿਮਾਰੀ ਨੂੰ ਅਸੀਂ ਠੀਕ ਨਾ ਕਰ ਸਕੀਏ। ਸਾਡੇ ਇਸ ਗੱਲਬਾਤ ਨੂੰ ਜਿਹੜਾ ਉਹ ਇੱਕ ਲਾਇਬ੍ਰੇਰੀ ਵਾਂਗ ਜਿਹੜੀ ਹੈ ਸੰਜੋ ਕੇ ਰੱਖਣ ਦੀ ਲੋੜ ਪਏਗੀ, ਕਿਉਂਕਿ ਆਉਣ ਵਾਲੇ ਇਹ ਜਿਹੜਾ ਸਮਾਂ ਜਿਹੜਾ ਚੱਲ ਰਿਹਾ ਹੈਗਾ, ਇਹ ਸਰਦੀ ਦਾ ਮੌਸਮ ਹੈ ਅਤੇ ਇਹਦੇ ਵਿੱਚ ਛਿੱਕਾਂ, ਜ਼ੁਕਾਮ ਅਤੇ ਇਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਉਹ ਘਰ ਘਰ ਵੇਖਣ ਨੂੰ ਮਿਲ ਸਕਦੀਆਂ ਨੇ। ਅਤੇ ਜੇਕਰ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਅਤੇ ਜਦੋਂ ਇਹ ਲੋਕਾਂ ਤੱਕ ਪਹੁੰਚੇ ਅਤੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਵੀ ਬੰਦਾ ਅਜਿਹੀ ਪ੍ਰੋਬਲਮ ਦੇ ਵਿੱਚ ਘਰ ਬੈਠਾ ਅਤੇ ਇਲਾਜ ਨਹੀਂ ਹੋ ਪਾ ਰਿਹਾ, ਅਤੇ ਉਹ ਡਾਕਟਰ ਨਵਦੀਪ ਸਿੰਘ ਠਾਕੁਰ ਉਹਦੇ ਦੱਸੇ ਦੇ ਅਨੁਸਾਰ ਆਪਣਾ ਇਲਾਜ ਘਰ ਬੈਠੇ ਕਰ ਲੈਂਦਾ, ਜਾਂ ਫਿਰ ਅੱਗੇ ਵਧੀ ਹੋਈ ਬਿਮਾਰੀ ਦਾ ਇਲਾਜ ਆਪਣੇ ਸਹੀ ਜਗ੍ਹਾ ਦੇ ਉੱਤੇ ਜਾ ਕੇ ਕਰਵਾ ਲੈਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।